ਤੁਸੀਂ ਜਿਹੜੇ 6 ਦਹਾਕੇ ਸੰਘਰਸ਼ ਕੀਤਾ ਜਾਂ ਤੁਹਾਡੇ ਸਾਥੀਆਂ ਨੇ ਸੰਘਰਸ਼ ਕੀਤਾ, ਉਹ ਉਸ ਦੌਰ 'ਚ ਆਪਾਂ ਜੇ ਚੰਡੀਗੜ੍ਹ ਦੀ ਗੱਲ ਕਰੀਏ, ਕਿੰਨੇ ਕੁ ਉਤਰਾਅ ਚੜ੍ਹਾਏ, ਕਿਹੜੀਆਂ ਹੜਤਾਲਾਂ ਤੁਹਾਨੂੰ ਯਾਦ ਆ, ਕਿੰਨਾ ਕੁ ਵਿਕਟਿਮਾਈਜੇਸ਼ਨ ਹੋਈ? ਕਾਲੀ ਪੱਗ ਹੁੰਦੀ ਸੀ, ਕਾਲਾ ਕੁੜਤਾ ਹੁੰਦਾ ਸੀ, ਕਾਲਾ ਪਜਾਮਾ ਸੀ ਤੇ ਉਹ ਹੋਕਾ ਦਿੰਦੇ ਹੁੰਦੇ ਸੀ ਗੇਟਾਂ ਦੇ ਉੱਤੇ ਕਿ ਜੇ ਮਾਲਕ ਕਿਸੇ ਨੂੰ ਨੌਕਰੀ ਤੋਂ ਕੱਢਦਾ ਮੈਨੂੰ ਦੱਸੋ, ਜੇ ਮਾਲਕ ਕਿਸੇ ਨੂੰ ਤਨਖਾਹ ਨਹੀਂ ਦਿੰਦਾ ਮੈਨੂੰ ਦੱਸੋ। ਉਹ ਕੌਣ ਸੀ ਕਾਲੇ ਕੱਪੜੇ ਵਾਲਾ? ਕੀ ਮੁੜ ਕੇ ਕਾਮਰੇਡਾਂ ਦਾ, ਲਾਲ ਝੰਡੇ ਦਾ, ਟ੍ਰੇਡ ਯੂਨੀਅਨ ਦਾ ਉਹ ਪਹਿਲੇ ਵਾਲਾ 1962 ਵਾਲਾ ਜਲੋ ਦੇਵੀ ਦਿਆਲ ਜੀ ਨੂੰ ਆਸ ਹੈ ਵੀ ਆਊਗਾ? ਚੰਡੀਗੜ੍ਹ ਦੀਆਂ ਸਿਟੀ ਜੋ ਦੀਆਂ ਬੱਸਾਂ ਦੇਖੀ ਦੀਆਂ, ਹਰੇ ਭਰੇ ਰੰਗ ਦੀਆਂ, ਲਾਲ ਰੰਗ ਦੀਆਂ, ਬਹੁਤ ਖੂਬਸੂਰਤ ਨੇ, ਕਹਿੰਦੇ ਪ੍ਰਦੂਸ਼ਣ ਵੀ ਨਾ ਮਾਤਰ ਫੈਲਾਉਂਦੀਆਂ ਨੇ, ਪਰ ਉਹਨਾਂ ਨੂੰ ਚਲਾਉਣ ਵਾਲੇ ਡਰਾਈਵਰ, ਕੰਡਕਟਰ, ਵਰਕਸ਼ਾਪਾਂ ਵਿਚਲੇ ਵਰਕਰ ਜਿਹੜੇ ਨੇ, ਪਤਾ ਤਾਂ ਇਹ ਲੱਗਾ ਵੀ ਉਹਨਾਂ ਦੀਆਂ ਚੀਕਾਂ ਨਿਕਲੀਆਂ ਨੇ, ਉਹਨਾਂ ਨੂੰ ਠੇਕੇ ਤੇ ਆਊਟਸੋਰਸ ਤੇ ਰੱਖਿਆ ਜਾ ਰਿਹਾ ਹੈ ਤੇ ਸੁੰਦਰ ਬੱਸਾਂ ਦੇ ਵਿੱਚ ਉਹ ਵਿਚਾਰੇ ਬਣ ਕੇ ਕੰਮ ਕਰ ਰਹੇ ਨੇ। ਨਹੀਂ ਰੱਖਣ ਦਿੱਤਾ, ਕੱਚਾ ਵੀ ਪੱਕਾ ਰੱਖੋ, ਪੱਕਾ ਰੱਖੋ। ਅਖੀਰ ਨੂੰ ਹਾਲਾਤ ਇਦਾਂ ਦੇ ਬਣਾਤੇ, ਸਟਾਫ ਸਾਡੇ ਕੋਲ ਪੱਕਾ ਵੀ ਨਹੀਂ ਰੱਖਿਆ, ਬੱਸਾਂ ਖੜ ਗਈਆਂ, ਸਰਕਾਰ ਨੇ ਹਾਲਾਤ ਬਣਾਤੇ ਵੀ ਹੁਣ ਰੱਖਣੇ ਪੈਣੇ ਆ ਕੱਚੇ। ਇਲੈਕਟ੍ਰੋਨਿਕ ਦੇ ਨਾਂ ਦੇ ਉੱਤੇ ਮਤਲਬ ਜਿਹੜਾ ਹੈਗਾ ਅਸੀਂ ਪੋਲੂਸ਼ਨ ਫਰੀ ਚੰਡੀਗੜ੍ਹ ਨੂੰ ਕਰਨਾ ਹੈ, ਸਿਟੀ ਬਿਊਟੀਫੁਲ ਹੈ ਜੀ। ਤੁਹਾਨੂੰ ਦਿਖਦੀਆਂ ਹਰੀਆਂ ਜੀ ਘੁੰਮਦੀਆਂ ਬੜੀਆਂ ਸੋਹਣੀਆਂ ਲੱਗਦੀਆਂ। 1 ਕਿਲੋਮੀਟਰ ਸਕੀਮ ਦੇ ਵਿੱਚ ਬੱਸਾਂ ਆ ਗਈਆਂ। ਹੁਣ ਜਿਹੜਾ ਮਸਲਾ ਇਹ ਹੈ ਵੀ ਇਸ ਤਰ੍ਹਾਂ ਵੰਡੀਆਂ ਪਾ ਦਿੱਤੀਆਂ ਇਹ ਸਰਕਾਰ ਨੇ ਸਾਡੇ ਲੋਕਾਂ ਦੇ ਵਿੱਚ। ਜੇ ਲੌਂਗ ਰਨ ਸੋਚਾਂਗੇ, ਦੇਖਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਭ ਲੋਕਾਂ ਨੂੰ ਅੱਖਾਂ 'ਚ ਘਸੁੰਨ ਦੇਖ ਕੇ ਰੋਣਾ ਪਊ। ਜਦੋਂ ਮੈਂ ਟ੍ਰਿਬਿਊਨ 'ਚ ਹੁੰਦਾ ਸੀ, ਮੈਨੂੰ 1 ਮਈ ਵਾਲੇ ਦਿਨ ਸਾਰੇ ਫੰਕਸ਼ਨ ਕਵਰ ਕਰਨੇ ਬੜੇ ਔਖੇ ਲੱਗਦੇ ਸੀ ਤੇ ਅੱਜ ਪਤਾ ਕਰਨਾ ਪੈ ਲਿਆ ਵੀ ਕਿੱਥੇ ਹੈ ਕਿ ਉਸ ਵੇਲੇ 2 ਐਜੀਟੇਸ਼ਨਾਂ ਬਹੁਤ ਮਤਲਬ ਕਿ ਸੀ ਉੱਥੇ। ਜੇ ਕੋਈ ਆਉਂਦਾ ਸੀ ਬਾਹਰੋਂ ਮਾਲਕ ਲਿਆਉਂਦੇ ਸੀ, ਸੱਚੀ ਗੱਲ ਹੈ ਕਿ ਉਹਨੂੰ ਕੁੱਟ ਕੇ ਭਜਾ ਦਿਓ। ਤੇ ਅਲਾਂਟੇ ਮਾਲ ਬਣਿਆ, ਉੱਥੇ ਪਹਿਲਾਂ ਫੈਕਟਰੀ ਸੀ ਫਾਈਜ਼ਰ ਦੇ ਜਿਹੜੇ ਵਰਕਰ ਸੀ, ਉਹਨਾਂ ਦਾ ਸੱਭਿਆਚਾਰ, ਉਹਨਾਂ ਦਾ ਕਰੈਕਟਰ, ਉਹਨਾਂ ਦੀ ਸੋਚ ਹੋਰ ਸੀ। ਅਲਾਂਟੇ ਮਾਲ 'ਚ ਵੀ ਸੈਂਕੜੇ ਵਰਕਰ ਨੇ, ਸੇਲਜ਼ਮੈਨ ਨੇ, ਪਰ ਲੱਗਦਾ ਵੀ ਉਹ ਕਿਤੇ ਮਾਡਰਨ ਟੱਚ ਆ ਗਿਆ, ਉਹ ਨਾਰੇ ਵਾਲੇ ਪਾਸੇ ਨਹੀਂ ਆਉਂਦਾ। ਅਸੀਂ ਉਹ ਦੌਰ ਵੀ ਦੇਖਿਆ ਤੇ ਅੱਜ ਜਿਸ ਦੌਰ 'ਚ ਤੁਸੀਂ ਅੱਜ ਦੇ ਦਿਨ 'ਚ ਤੁਸੀਂ ਜੋ ਗੱਲ ਕਰਦੇ ਆ, ਉਹ ਦੌਰ ਵੀ ਉਨਾ ਹੀ ਖਤਰਨਾਕ ਪਿੱਛੇ ਨੂੰ ਮੁੜ ਗਿਆ ਜਿੰਨਾ ਲੋਕਾਂ ਦੀਆਂ ਸਟਰਗਲ ਦੇ ਨਾਲ ਪ੍ਰਾਪਤੀਆਂ ਸਾਡੀਆਂ ਹੋਈਆਂ। ਦੂਜਾ ਅਸੀਂ ਰਿਟਾਇਰੀ ਹਾਂ, ਸਾਡੇ ਬੈਂਕਾਂ ਦੇ ਵਿੱਚ ਕਦੀ ਪੈਨਸ਼ਨ ਅਪਡੇਟ ਨਹੀਂ ਹੁੰਦੀ, ਰਿਵਾਈਜ਼ ਨਹੀਂ ਹੁੰਦੀ। ਜਿਸ ਤਰ੍ਹਾਂ ਸੈਂਟਰਲ ਦਾ ਕਮਿਸ਼ਨ ਲਾਗੂ ਹੁੰਦਾ, ਪੈਨਸ਼ਨਰ ਦੀ ਵੀ ਰਿਵਾਈਜ਼ ਹੁੰਦੀ, ਬੈਂਕਾਂ 'ਚ ਨਹੀਂ ਹੁੰਦੀ। UNO ਦੀ ਫਿਕਰ ਹੋਈ ਹੈ 3 ਦਿਨ ਪਹਿਲਾਂ ਜਾਰੀ ਹੋਈ ਹੈ ਜੀ। ਇੰਡੀਆ ਦੇ ਵਿੱਚ ਪਰ ਮੰਥ ਸੈਲਰੀ $95 ਨਿਕਲੀ ਹੈ, 7200 ਰੁਪਈਆ ਬਣਦਾ। ਪਾਕਿਸਤਾਨ ਨੂੰ ਅਸੀਂ ਰੱਜ ਕੇ ਭੰਡਦੇ ਹਾਂ, ਉਹਨਾਂ ਦੀ ਵੀ 111 ਹੈ। ਤੁਸੀਂ ਦੁਖਾਂਤ ਟ੍ਰੇਡ ਯੂਨੀਅਨ ਦਾ ਦੱਸਿਆ ਕਿਵੇਂ ਵਰਕਰਾਂ ਦੀ ਲੁੱਟ ਹੋ ਰਹੀ ਹੈ। ਕਿਤੇ ਲੱਗਦਾ ਵੀ ਉਹ ਦਿਨ ਆਊਗਾ ਸੱਜਣ ਸਿੰਘ ਹੋਣਾ ਦੇ, ਗਰੇਵਾਲ ਸਾਹਿਬ ਦੇ, ਦੇਵੀ ਦਿਆਲ ਹੋਣਾ ਦੇ, ਰਣਜੀਤ ਹੰਸ ਹੋਣਾ ਦੇ ਨਾਰੇ ਇੰਨੇ ਮਜ਼ਬੂਤ ਹੋ ਜਾਣਗੇ ਵੀ ਘੱਟੋ ਘੱਟ ਮਜ਼ਦੂਰਾਂ ਨੂੰ ਜਿਉਣ ਜੋਗੀ ਉਜਰਤ ਮਿਲੇਗੀ। ਸ਼ੀਸ਼ਾ ਬੋਲਦਾ ਸੱਚ। ਅੱਜ ਮਜ਼ਦੂਰ ਦਿਵਸ ਹੈ, ਲੇਬਰ ਡੇ ਹੈ, ਜਿਹਨੂੰ ਕੌਮਾਂਤਰੀ ਪੱਧਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਕਿਰਤੀ, ਕਾਮੇ, ਮਜ਼ਦੂਰ ਇਕੱਠੇ ਹੋ ਕੇ ਰੈਲੀਆਂ ਮੁਜ਼ਾਹਰੇ ਕਰਦੇ ਨੇ ਔਰ ਖਾਸ ਕਰਕੇ ਆਪਣੇ ਦਿਲ ਫਰੋਲਦੇ ਨੇ ਵੀ ਕਿਹੜੀਆਂ ਮੁਸ਼ਕਲਾਂ, ਕਿਹੜੇ ਦੁੱਖਾਂ ਵਿੱਚੋਂ ਉਹ ਨਿਕਲ ਰਹੇ ਨੇ ਔਰ ਸਰਕਾਰਾਂ ਦਾ ਕੀ ਵਤੀਰਾ। ਪਰ ਪਿਛਲੇ ਸਮੇਂ ਤੋਂ ਟ੍ਰੇਡ ਯੂਨੀਅਨ ਬੜੀ ਪੇਤਲੀ, ਬੜੀ ਕਮਜ਼ੋਰ ਲੱਗਦੀ ਹੈ, ਕਿਉਂਕਿ ਮਜ਼ਦੂਰ ਡੇ ਮੌਕੇ ਖਾਸ ਕਰਕੇ ਪੰਜਾਬ ਤੇ ਚੰਡੀਗੜ੍ਹ ਵਿੱਚ ਲਾਲ ਝੰਡਿਆਂ ਦਾ ਜਲੌ ਹੁੰਦਾ ਸੀ, ਹਰੇਕ ਪਾਸੇ ਨਾਅਰੇਬਾਜ਼ੀ ਗੂੰਜਦੀ ਸੀ ਔਰ ਲੱਗਦਾ ਸੀ ਜਿਵੇਂ 1 ਮਈ ਮਜ਼ਦੂਰਾਂ ਦਾ ਮੇਲੇ ਵਰਗਾ ਮਾਹੌਲ ਹੁੰਦਾ। ਪਰ ਇਹ ਕਿਵੇਂ ਦੇ ਦਿਨ ਆਏ ਨੇ
ਇੰਨੀ ਵਿਰਾਨੀ ਕਿਉਂ ਹੈ, ਅੱਜ ਇਹਦੇ ਤੇ ਚਰਚਾ ਕਰਾਂਗੇ। ਪਰ ਚਰਚਾ ਕਰਨ ਤੋਂ ਪਹਿਲਾਂ ਪ੍ਰਮੁੱਖ ਪੰਜਾਬ ਦੇ ਸ਼ਾਇਰ ਜਿਹੜੇ ਨੇ ਗੁਰਭਜਨ ਗਿੱਲ, ਉਹਨਾਂ ਦੇ ਸ਼ਬਦ ਤੁਹਾਨੂੰ ਸੁਣਾ ਕੇ ਤੇ ਫਿਰ ਚਰਚਾ ਕਰਾਂਗੇ ਵੀ ਅੱਜ ਦੇ ਦਿਨ ਦੀ ਕੀ ਮਹੱਤਤਾ ਹੈ। ਕਿ ਜੇਕਰ ਧੌਲ ਉਠਾਈ ਧਰਤੀ, ਮੇਰੇ ਸਿਰ ਤੇ ਭਾਰ ਕਿਉਂ ਹੈ? ਅਜ਼ਲਾਂ ਤੋਂ ਹੀ ਕਿਰਤੀ ਪੁੱਤਰ ਰੋਜ਼ੀ ਤੋਂ ਲਾਚਾਰ ਕਿਉਂ ਹੈ? ਕੁਰਸੀ ਵਾਲਿਓ, ਵਿਦਵਾਨੋ ਤੇ ਧਰਮ ਕਰਮ ਦੇ ਠੇਕੇਦਾਰੋ, ਦੱਸਿਓ ਚੌਕੀਦਾਰ ਦਾ ਪੁੱਤਰ ਅੱਜ ਵੀ ਚੌਕੀਦਾਰ ਕਿਉਂ ਹੈ? ਜਿਹੜੇ ਚੜੇ ਚਬੂਤਰਿਆਂ ਤੇ ਬਣ ਬੈਠੇ ਗੁਫਤਾਰ ਦੇ ਗਾਜ਼ੀ, ਕਹਿਣੀ ਤੇ ਕਰਨੀ ਵਿੱਚ ਅੰਤਰ ਗਰਕ ਗਿਆ ਕਿਰਦਾਰ ਕਿਉਂ ਹੈ? ਜੋੜਨ ਵਾਲਾ ਹੋਕਾ ਦੇ ਕੇ ਰੋਜ਼ ਦਿਹਾੜੀ ਤੋੜ ਰਹੇ ਨੇ, ਧਰਮ ਕਰਮ ਦੇ ਨਾਂ ਦੇ ਥੱਲੇ ਇੰਨਾ ਅਤਿਆਚਾਰ ਕਿਉਂ ਹੈ? ਘਰ ਦੀ ਰੋਟੀ ਦਾਲ ਸਲੂਣਾ ਬੀਤੇ ਕੱਲ ਦੀ ਬਣੇ ਕਹਾਣੀ, ਘਰ ਦੀ ਰੋਟੀ ਦਾਲ ਸਲੂਣਾ ਬੀਤੇ ਕੱਲ ਦੀ ਬਣੇ ਕਹਾਣੀ, ਚੁੱਲ੍ਹੇ ਚੌਂਕੇ ਢਾਉਂਦਾ ਫਿਰਦਾ ਬਿਨਾਂ ਲਗਾਮ ਬਾਜ਼ਾਰ ਕਿਉਂ ਹੈ? ਸਤਯੁਗ ਮਗਰ ਤ੍ਰੇਤਾ ਆਇਆ, ਕਲਯੁਗ ਹੈ ਹੁਣ ਜਾਨ ਦਾ ਵੈਰੀ, ਸਾਡੀ ਧੌਣ ਤੇ ਹਰ ਯੁਗ ਅੰਦਰ ਤੇਜ਼ ਧਾਰ ਤਲਵਾਰ ਕਿਉਂ ਹੈ? ਨਾਮ ਜਪਦਿਆਂ ਉਮਰ ਬਿਤਾਈ, ਮਣਕੇ ਤੇ ਠਾ ਮਣਕੇ ਸੁੱਟੇ, ਫਿਰ ਵੀ ਮਨ ਦੀ ਬਸਤੀ ਅੰਦਰ ਇੰਨੀ ਹਾਹਾਕਾਰ ਕਿਉਂ ਹੈ? ਜੇਕਰ ਧੌਲ ਉਠਾਈ ਧਰਤੀ, ਮੇਰੇ ਸਿਰ ਤੇ ਭਾਰ ਕਿਉਂ ਹੈ? ਅਜ਼ਲਾਂ ਤੋਂ ਹੀ ਕਿਰਤੀ ਪੁੱਤਰ ਰੋਜ਼ੀ ਤੋਂ ਲਾਚਾਰ ਕਿਉਂ ਹੈ? ਇਸ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਪਿਛਲੇ 6 ਦਹਾਕਿਆਂ ਤੋਂ ਟ੍ਰੇਡ ਯੂਨੀਅਨ ਵਿੱਚ ਸਰਗਰਮ ਮਜ਼ਦੂਰਾਂ ਦੀ ਅਗਵਾਈ ਕਰਨ ਵਾਲੇ, ਮਜ਼ਦੂਰਾਂ ਦੇ ਹੱਕ ਵਿੱਚ ਨਾਅਰੇ ਲਾਉਣ ਵਾਲੇ ਦੇਵੀ ਦਿਆਲ ਸ਼ਰਮਾ ਜੀ ਦੀ। ਕਾਮਰੇਡ ਜੀ, ਅੱਜ ਮਈ ਡੇ ਹੈ। 1 ਮਈ ਨੂੰ ਸਾਰੇ ਦੁਨੀਆ ਦੇ ਮਜ਼ਦੂਰ ਇਕੱਠੇ ਹੋ ਕੇ ਐਨਾਲਿਸਿਸ ਕਰਦੇ ਨੇ ਕੀ ਖੱਟਿਆ ਤੇ ਕੀ ਗਵਾਇਆ। ਤੁਸੀਂ ਅੱਜ ਦੇ ਦਿਨ ਬਾਰੇ ਕੀ ਕਹੋਗੇ? ਅੱਜ ਦਾ ਦਿਨ ਕੌਮਾਂਤਰੀ ਮਜ਼ਦੂਰ ਦਿਵਸ ਹੈ। ਸਾਰੀ ਦੁਨੀਆ ਦੇ ਵਿੱਚ ਹੀ ਇਹ ਦਿਵਸ ਮਨਾਇਆ ਜਾਂਦਾ। ਲੇਕਿਨ ਇੱਕ ਜ਼ਰੂਰ ਸਮਾਂ ਸੀ ਜਦੋਂ ਇਸ ਨੂੰ ਬਹੁਤ ਉਤਸ਼ਾਹ ਨਾਲ, ਬਹੁਤ ਜੋਸ਼ ਨਾਲ, ਬਹੁਤ ਜਨੂਨ ਨਾਲ ਹਜ਼ਾਰਾਂ ਨਹੀਂ ਲੱਖਾਂ ਲੋਕ ਜਿਹੜੇ ਹੈ ਦੁਨੀਆ ਦੇ ਵਿੱਚ ਇਸ ਨੂੰ ਮਨਾਉਂਦੇ ਸੀ। ਅੱਜ ਥੋੜੀ ਸਥਿਤੀ ਵੱਖਰੀ ਹੈ। ਸ਼ਰਮਾ ਜੀ, ਮੈਂ ਤੁਹਾਨੂੰ 1962 ਤੇ ਲਿਆਉਣਾ ਚਾਹੁੰਦਾ। ਜਦੋਂ ਤੁਸੀਂ ਲਾਲ ਝੰਡਾ ਫੜਿਆ ਤੇ ਤੁਸੀਂ ਮਜ਼ਦੂਰਾਂ ਦੀ ਅਗਵਾਈ ਕੀਤੀ, ਲੰਬੇ ਸੰਘਰਸ਼ ਲੜੇ, ਜੇਲ੍ਹਾਂ 'ਚ ਵੀ ਗਏ, ਕਈ ਕੁਛ ਕੀਤਾ। 1962 ਤੇ 2023 ਵਿੱਚ ਕੀ ਫਰਕ ਦਿਸਦਾ? ਅਨੇਕ ਫਰਕ ਹੈ। ਸਭ ਤੋਂ ਵੱਡੀ ਇੰਡਸਟਰੀਆਂ ਦੀ ਜਿਹੜੀ ਯੂਨੀਅਨਾਂ ਦੀ ਰਜਿਸਟ੍ਰੇਸ਼ਨ ਹੈ, ਸ਼ਾਇਦ ਉਹ ਅਸੀਂ ਕਰਵਾਈ ਸੀ। ਇੱਥੇ ਪਹਿਲੀ ਯੂਨੀਅਨ ਰਜਿਸਟਰਡ ਹੋਈ ਸੀ ਚੰਡੀਗੜ੍ਹ ਇੰਜੀਨੀਅਰਿੰਗ ਕੈਪੀਟਲ ਵਰਕਰ ਯੂਨੀਅਨ। ਓਕੇ, ਇਹ ਕਿਹੜੇ ਸਾਲ ਦੀ ਗੱਲ ਹੈ? ਇਹ ਲਗਭਗ 63 ਦੀ ਗੱਲ ਹੈ। ਓਕੇ, 63 ਦੇ ਵਿੱਚ ਜਦੋਂ ਯੂਨੀਅਨਾਂ ਹਾਲੇ ਰਜਿਸਟਰ ਨਹੀਂ ਸੀ ਹੋਈਆਂ ਤੇ ਇੱਥੇ ਇੱਕ ਸਰਦਾਰ ਸਾਹਿਬ ਜਿਸ ਦੀ ਕਾਲੀ ਪੱਗ ਹੁੰਦੀ ਸੀ, ਕਾਲਾ ਕੁੜਤਾ ਹੁੰਦਾ ਸੀ, ਕਾਲਾ ਪਜਾਮਾ ਸੀ, ਤੇ ਉਹ ਹੋਕਾ ਦਿੰਦੇ ਹੁੰਦੇ ਸੀ ਗੇਟਾਂ ਦੇ ਉੱਤੇ ਕਿ ਜੇ ਮਾਲਕ ਕਿਸੇ ਨੂੰ ਨੌਕਰੀ ਤੋਂ ਕੱਢਦਾ ਮੈਨੂੰ ਦੱਸੋ, ਜੇ ਮਾਲਕ ਕਿਸੇ ਨੂੰ ਤਨਖਾਹ ਨਹੀਂ ਦਿੰਦਾ ਮੈਨੂੰ ਦੱਸੋ। ਉਹ ਕੌਣ ਸੀ ਕਾਲੇ ਕੱਪੜੇ ਵਾਲਾ? ਇਹਦੇ ਬਾਰੇ ਚ ਨਾ ਉਹ ਕਿੱਥੋਂ ਆਏ ਸੀ, ਉਸ 1.5-2 ਸਾਲ ਚੱਲਦੇ ਰਹੇ। ਹਾਲੇ ਯੂਨੀਅਨਾਂ ਹਾਲੇ ਉਹਦੇ ਚ ਨਹੀਂ ਸੀ ਆਈਆਂ, ਕੰਮ ਨਹੀਂ ਸੀ ਕਰੀਆਂ। ਉਹ ਕੌਣ ਸੀ ਸਰਦਾਰ ਸਾਹਿਬ, ਕਿੱਥੋਂ ਆਏ ਸੀ, ਕਿੱਥੇ ਚਲੇ ਗਏ? ਤਕਰੀਬਨ 1.5-2 ਸਾਲ ਉਹ ਹੋਕਾ ਦਿੰਦੇ ਰਹੇ। ਉਹਨਾਂ ਦਾ ਅਸੀਂ ਇਹ ਮੰਨ ਕੇ ਚੱਲਦੇ ਕਿ ਉਹ ਵੀ ਪਹਿਲੇ ਟ੍ਰੇਡ ਯੂਨੀਅਨਿਸਟ। ਪਰ ਉਹ ਗੁੰਮਨਾਮ ਸੀ, ਤੁਹਾਨੂੰ ਪਤਾ ਹੀ ਨਹੀਂ ਲੱਗਾ ਅੱਜ ਕੱਲ੍ਹ ਕੌਣ ਸੀ ਉਹ? ਨਹੀਂ ਪਤਾ ਲੱਗਿਆ। ਉਹਨਾਂ ਦਿਨਾਂ 'ਚ ਬਾਹਰ ਟ੍ਰੇਡ 'ਚ ਕੋਈ ਉਸ ਤਰ੍ਹਾਂ ਦਾ ਗਿਆਨ ਵੀ ਨਹੀਂ ਸੀ। ਹਾਲੇ ਟ੍ਰੇਡ ਯੂਨੀਅਨ ਉਸ ਤਰ੍ਹਾਂ। ਇਹਦਾ ਮਤਲਬ ਕਾਲੇ ਕੱਪੜਿਆਂ ਵਾਲੇ ਜਿਹੜੇ ਸਰਦਾਰ ਦੇ ਸੀ ਅੱਜ ਵੀ ਭੇਜਦੇ ਬਣੇ ਨੇ ਉਹ? ਅੱਜ ਵੀ ਭੇਜ ਹੈ। ਸਾਡਾ ਪਹਿਲਾ ਪ੍ਰਧਾਨ ਸੀਗਾ ਬਲਵੰਤ ਸਿੰਘ। ਓਕੇ, ਬਲਵੰਤ ਸਿੰਘ ਨਕਸਲਾਈਟ ਮੂਵਮੈਂਟ ਨਾਲ ਜੁੜਿਆ ਸੀ ਤੇ ਬਾਅਦ ਦੇ ਵਿੱਚ ਬਲਵੰਤ ਸਿੰਘ ਨੂੰ ਤੇ ਦਿਆ ਸਿੰਘ ਯੂਨੀਵਰਸਿਟੀ ਸੀ, ਇਹਨਾਂ ਨੂੰ ਝੂਠਾ ਮੁਕਾਬਲਾ ਬਣਾ ਕੇ ਪੁਲਿਸ ਨੇ ਜਿਹੜਾ ਹੈ ਝੂਠਾ ਸ਼ਹੀਦ ਕਰ ਦਿੱਤਾ ਸੀ। ਓਕੇ, ਅਸੀਂ ਫਿਰ ਇੱਥੇ ਬਹੁਤ ਵੱਡੀਆਂ ਜਦੋਂ ਸਟਰਗਲਾਂ ਸ਼ੁਰੂ ਕੀਤੀਆਂ, ਫਿਰ ਲਾਠੀ ਲੂਠੀ ਚਾਰਜ ਵੀ ਬਹੁਤ ਹੋਏ ਤੇ ਅਸੀਂ 1.5 ਮਹੀਨਾ ਜੇਲ੍ਹ 'ਚ ਵੀ ਰਹੇ। ਅੰਬਾਲੇ ਜੇਲ੍ਹ 'ਚ ਉਦੋਂ ਚੰਡੀਗੜ੍ਹ ਦੀ ਜੇਲ੍ਹ ਨਹੀਂ ਸੀ ਬਣੀ। ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀਆਂ ਹੜਤਾਲਾਂ ਹੁੰਦੀਆਂ ਸੀ, ਹੜਤਾਲਾਂ 1-2 ਦਿਨ ਦੀ ਹੜਤਾਲ ਨਹੀਂ ਸੀ ਹੁੰਦੀ।
ਹੜਤਾਲਾਂ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਕੋਕਾ ਕੋਲਾ ਵਗੈਰੀ ਹੜਤਾਲ 10 ਮਹੀਨੇ ਯਾਨੀ ਇੰਨੇ ਮਜ਼ਦੂਰਾਂ ਦੀ ਏਕਤਾ, ਇੰਨਾ ਸੰਗਠਨ, ਇੰਨੀ ਨਾਲ ਜੁੜਨਾ, ਇੱਕ ਜਗ੍ਹਾ ਤੇ ਦਿੱਕਤ ਹੈ ਸਾਰੇ ਮਜ਼ਦੂਰਾਂ ਦਾ ਇਕੱਠੇ ਹੋਣਾ ਔਰ ਜਿਹੜਾ ਹੈ ਇੰਨੇ ਸੰਘਰਸ਼ਾਂ ਦੀ ਮੈਂ ਕਹਿੰਦਾ ਉਹਨੂੰ ਬਿਆਨ ਹੀ ਨਹੀਂ ਮੈਂ ਆਪਣੇ ਸ਼ਬਦਾਂ ਤੁਸੀਂ ਜਿਹੜੇ 6 ਦਹਾਕੇ ਸੰਘਰਸ਼ ਕੀਤਾ ਜਾਂ ਤੁਹਾਡੇ ਸਾਥੀਆਂ ਨੇ ਸੰਘਰਸ਼ ਕੀਤਾ, ਉਹ ਉਸ ਦੌਰ 'ਚ ਆਪਾਂ ਜੇ ਚੰਡੀਗੜ੍ਹ ਦੀ ਗੱਲ ਕਰੀਏ ਕਿੰਨੇ ਕੁ ਉਤਰਾਅ ਚੜ੍ਹਾਏ, ਕਿਹੜੀਆਂ ਹੜਤਾਲਾਂ ਤੁਹਾਨੂੰ ਯਾਦ ਆ, ਕਿੰਨਾ ਕੁ ਵਿਕਟਿਮਾਈਜੇਸ਼ਨ ਹੋਈ? ਮੈਨੂੰ ਮਰੇਲਾ ਦੀ ਵੀ ਹੜਤਾਲ ਯਾਦ ਹੈ, 800 ਮਹੀਨੇ ਦੀ ਮੀਟਰਸ ਨੇ ਸੁਵਿਧਾ ਸੀ, ਬਹੁਤ ਸਾਰੀਆਂ ਹੜਤਾਲਾਂ 3-3 4-4 ਮਹੀਨੇ ਦੀ ਕੀਤੀਆਂ। ਕੋਕਾ ਕੋਲਾ ਦੇ ਵਿੱਚ ਵੀ ਸਾਡੇ ਤੇ ਕਈ ਕਿਸਮ ਦੇ ਹਮਲੇ ਹੋਏ, ਕਈ ਜਿਹੜੇ ਮੇਰੀ ਬਾਂਹ ਵੀ ਤੋੜੀ ਗਈ ਰਾਤ ਨੂੰ 1-1:30 ਵਜੇ। ਲੇਕਿਨ ਉਹਨਾਂ ਦਿਨਾਂ 'ਚ ਇੰਨਾ ਜਨੂਨ ਸੀ ਕਿ ਸਾਰੇ ਸਿਆਲ ਅਸੀਂ ਗੇਟਾਂ ਤੇ ਬੈਠ ਕੇ ਸਾਰੇ ਸਿਆਲ ਕੱਢਦੇ ਸੀ। ਤੇ ਦੁਪਹਿਰੇ ਵਰਕਰਾਂ ਨੇ ਇੱਕ ਇੰਡਸਟਰੀਅਲ ਏਰੀਏ 'ਚ ਇੱਕ ਐਸਾ ਦਰਖਤ ਸੀਗਾ, ਅੱਛਾ ਜੀ, ਅੱਜ ਕੱਲ੍ਹ ਉਹ ਦਰਖਤ ਸਾਰਾ ਕੱਟਿਆ ਗਿਆ, ਕਿਤੇ ਹੋ ਸਕਦਾ ਉਹਦੀ ਗਿੱਲੀ ਲੱਕੜ ਵੀ ਜਲਦੀ ਸੀ, ਉਹ ਵਰਕਰਾਂ ਨੇ ਦਿਨੇ ਕੱਟਣਾ ਤੇ ਰਾਤ ਨੂੰ ਸਾਰੀ ਰਾਤ ਅਸੀਂ ਸਿਆਲ ਉੱਥੇ ਇਹ ਇੰਡਸਟਰੀ ਏਰੀਆ ਚੰਡੀਗੜ੍ਹ ਦੀ ਗੱਲ ਕਰ, ਮੈਂ ਚੰਡੀਗੜ੍ਹ ਦੀ ਗੱਲ ਕਰ ਰਿਹਾ। ਜਾਣੀ ਬਹੁਤ ਵੱਡਾ ਸੰਘਰਸ਼ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਵੀ ਦੇਣਾ ਚਾਹੁੰਦਾ। ਮਿਲਕ ਦੀ ਅਸੀਂ ਹੜਤਾਲ ਕੀਤੀ ਮਿਲਕ ਪਲਾਂਟ ਦੇ ਵਿੱਚ, ਇਹ 1900 ਸਾਲ ਦੱਸਣ 'ਚ ਮੈਨੂੰ ਇੱਕ ਅੱਧਾ ਫਰਕ ਹੋ ਸਕਦਾ, 74-75 ਦੀ ਗੱਲ ਹੈ। ਅਸੀਂ 13 ਘੰਟੇ ਦੀ ਹੜਤਾਲ ਡਿਕਲੇਅਰ ਕੀਤੀ ਸੀ। ਜਾਣੀ ਸਾਡਾ ਮਕਸਦ ਇਹ ਸੀ ਕਿ ਰਾਤ ਦਾ ਦੁੱਧ ਸਪਲਾਈ ਹੋ ਜੇ ਤੇ ਦਿਨ ਦਾ ਅਸੀਂ ਲੇਟ ਕਰਨਾ। ਓਕੇ, ਰਾਤ ਨੂੰ 8 ਵਜੇ ਤੋਂ ਦੂਜੇ ਦਿਨ ਸਵੇਰੇ 9 ਵਜੇ ਤੱਕ ਸਾਰੀ ਰਾਤ। ਉਦੋਂ ਦਾ ਉੱਥੋਂ ਉਸ ਵੇਲੇ ਐਡਮਿਨਿਸਟ੍ਰੇਟਰ ਸੀ ਔਰ ਸਾਰੇ ਅਧਿਕਾਰੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸ਼ਬਦ, ਮਿੰਟਾਂ ਕਰਦੇ ਰਹੇ ਕਿ ਹੜਤਾਲ ਖੋਲ੍ਹ ਦਿਓ, ਮਿੰਟਾਂ ਝੋਲੀਆਂ। ਲੇਕਿਨ ਕਿਸੇ ਦੇ ਵਿੱਚ ਵੀ ਇੰਨੀ ਹਿੰਮਤ ਨਹੀਂ ਸੀ ਕਿ ਬਹੁਤ ਵੱਡਾ ਤਸ਼ੱਦਦ ਦੀ ਉਹ ਗੱਲ ਸੋਚਦੇ ਜਾਂ ਕਰਦੇ, ਮਤਲਬ ਹੱਥ ਲਾਉਣ ਦੀ ਹਿੰਮਤ ਨਹੀਂ ਸੀ। ਇੰਨਾ ਵਰਕਰਾਂ ਦਾ ਡਰ ਸੀ ਉਸ ਵੇਲੇ, ਬਹੁਤ ਭੈ ਸੀ। ਇਹ ਇੱਕ ਮਿਸਾਲ ਹੈ। CTU ਦੇ ਵਿੱਚ ਵੀ ਉਸ ਵੇਲੇ ਅਧਿਕਾਰੀ ਵੀ, CTU ਦੇ ਵਿੱਚ ਵੀ ਜਦੋਂ ਇੱਕ ਦਿਨ ਦੀ ਵਰਕਰ ਹੜਤਾਲ ਨਿਕਲੇ, ਅਧਿਕਾਰੀ ਘਰਾਂ 'ਚ ਜਾ ਕੇ ਮਿੰਨਤਾਂ ਕਰਦੇ ਫਿਰਦੇ ਸੀ। ਅੱਜ ਉਹ ਫੀਸਰ ਨਹੀਂ ਹੈ। ਅੱਜ ਦੀ ਸਥਿਤੀ ਦੀ ਗੱਲ ਕਰੀਏ, ਇਹਦਾ ਜ਼ਿੰਮੇਵਾਰ ਕੌਣ ਆ? ਇਹ ਇੱਕ ਮਿੰਟ, ਇਹ ਤਸ਼ੱਦਦ ਜ਼ਿਆਦਾ ਪ੍ਰਸ਼ਾਸਨ ਕਰ ਰਿਹਾ ਜਾਂ ਲੀਡਰਸ਼ਿਪ 'ਚ ਕਿਤੇ ਕਮੀ ਆਈ ਹੈ? ਮੈਨੂੰ ਮੇਰੀ ਜਾਤੀ ਗੱਲ ਹੈ ਕਿ ਜਿਹੜਾ ਸਮਾਜਵਾਦੀ ਕੈਂਪ ਦਾ ਢਹਿ ਹੋਣਾ ਇੱਕ ਇਹਦੇ 'ਚ ਅਸਰ ਹੈ, ਕਿਉਂਕਿ ਇਹਦੇ ਵਿੱਚ ਟ੍ਰੇਡ ਯੂਨੀਅਨ ਦੇ ਵਿੱਚ ਇਹ ਨਹੀਂ ਕਿ ਦੂਜੇ ਨਹੀਂ, ਜਿੰਨੇ ਜਨੂਨ ਨਾਲ, ਜਿੰਨੇ ਆਪਣੇ ਆਪ ਨੂੰ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਲੜਨ ਲਈ ਕਮਿਊਨਿਸਟ ਤਿਆਰ ਸੀ ਜੀ, ਉਹਨਾਂ ਦੇ ਸਾਹਮਣੇ ਇੱਕੋ ਇੱਕ ਸੀ ਕਿ ਇਹ ਜਿਹੜੀ ਦੁਨੀਆ ਸਰਮਾਏਦਾਰੀ ਪ੍ਰਬੰਧ ਹੈ, ਇਹ ਲਾਜ਼ਮੀ ਤੌਰ ਤੇ ਬਦਲੀ ਜਾਣੀ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਜਦੋਂ ਸਮਾਜਵਾਦੀ ਸਿਸਟਮ ਦੇ ਵਿੱਚ ਉਹ ਕਮੀਆਂ ਆਈਆਂ, ਉਹਨਾਂ ਦੇ ਮਨਾਂ ਦੇ ਉੱਤੇ ਵੀ ਇੱਕ ਦੁਬਿਧਾ ਜੀ ਆਈ ਹੈ, ਉਹ ਵੀ ਇੱਕ ਕਾਰਨ। ਮੈਂ ਇੱਕ ਹੋਰ ਦੁੱਖ ਦੀ ਰਗ ਤੇ ਹੱਥ ਰੱਖਦਾ, ਜਦੋਂ CPI ਦੀ ਨੈਸ਼ਨਲ ਪਾਰਟੀ ਦਾ ਰੁਤਬਾ ਖੁੱਸਿਆ, ਦੇਵੀ ਦਿਆਲ ਹੋਣਾ ਦੇ ਕੰਨਾਂ ਵਿੱਚ ਉਹ ਖਬਰ ਪਈ, ਕਿੰਨਾ ਕੁ ਮਨ ਟੁੱਟਿਆ, ਦੁਖੀ ਹੋਇਆ? ਮਨ ਬਹੁਤ ਟੁੱਟਿਆ। ਉਹਦਾ ਕਾਰਨ ਇਹ ਹੈ ਕਿ ਹਾਲਾਂਕਿ ਅਸੀਂ ਵੀ ਜਦੋਂ ਉਸ ਤਰ੍ਹਾਂ ਨਹੀਂ ਆਪਣੇ ਸਾਥੀਆਂ ਨਾਲ ਬਿਆਨ ਕਰਦੇ, ਲੇਕਿਨ ਅੰਦਰੋਂ ਮਨ ਇਹ ਹੈ ਕਿ ਜਦੋਂ ਜਿਹੜੀ ਨੈਸ਼ਨਲ ਪਾਰਟੀ ਹੈ ਉਹਨੂੰ ਕੌਮਾਂਤਰੀ ਮਾਨਤਾ ਹੁੰਦੀ ਹੈ, ਨੈਸ਼ਨਲ ਪਾਰਟੀ ਨੂੰ ਦੇਸ਼ ਦੇ ਵਿੱਚ ਮਾਨਤਾ ਹੁੰਦੀ ਹੈ, ਨੈਸ਼ਨਲ ਪਾਰਟੀ ਨੂੰ ਸਾਰੇ ਹੀ ਜਿਹੜੀ ਸਮੱਗਰੀ ਹੈ ਉਹ ਮੁਫਤ ਮਿਲਦੀ ਹੈ, ਕਿ ਨੈਸ਼ਨਲ ਪਾਰਟੀ ਨੂੰ ਰੇਡੀਓ ਤੇ ਟੈਲੀਵਿਜ਼ਨ ਤੇ ਸਮਾਂ ਮਿਲਦਾ, ਵੱਖਰੇ ਕਿਸਮ ਦਾ ਸਮਾਂ ਮਿਲਦਾ। ਜਿਹੜੇ ਵੀ ਸੂਬੇ 'ਚ ਚੋਣ ਲੜੇ, ਚੋਣ ਨਿਸ਼ਾਨ ਜਿਹੜਾ ਉਹੀ ਮਿਲਦਾ। ਜਦੋਂ ਹੁਣ ਇਹ ਨੈਸ਼ਨਲ ਪਾਰਟੀ ਦਾ ਦਰਜਾ ਖੁੱਸਿਆ ਤਾਂ ਕੁਦਰਤੀ ਹੈ ਕਿ ਚੋਣ ਨਿਸ਼ਾਨ ਦੀ ਜਿਹੜੀ ਹੈ ਮਿਲ ਸਕਦਾ ਕਿਸੇ ਵੇਲੇ ਤੁਸੀਂ ਕਰੋ ਤਾਂ ਇੰਡੀਪੈਂਡੈਂਟ ਤੌਰ ਤੇ ਦਾਤੀ ਸਿੱਟੇ ਦਾ, ਲੇਕਿਨ ਜਿਹੜੀ ਤੁਹਾਡਾ ਹੱਕ ਦੀ ਗੱਲ ਹੈ ਉਹ ਹੱਕ ਜਿਹੜਾ ਹੈ। ਸ਼ਰਮਾ ਜੀ ਮਾਈਂਡ ਨਾ ਕਰਿਓ, ਗੁੱਸਾ ਨਾ ਕਰਿਓ,
ਕੌੜਾ ਸੱਚ ਹੈ। ਕਿਤੇ ਲੱਗਦਾ ਨਹੀਂ ਵੀ ਲੈਫਟ ਪਾਰਟੀਆਂ ਨੇ, ਉਹ CPI ਹੋ ਸਕਦੀ, CPIM ਹੋ ਸਕਦੀ ਹੈ, ਜਿਹੜਾ ਉਹਨਾਂ ਨੇ ਨਵੀਂ ਪੀੜ੍ਹੀ ਜਿਹੜੀ ਨਾਲ ਨਹੀਂ ਜੋੜੀ, ਲੀਡਰਸ਼ਿਪ ਜਿਹੜੀ ਹੈ ਅੱਗੇ ਨਹੀਂ ਵਧਾਈ, ਤੇ ਉਹੀ ਚਿਹਰੇ ਜਿਹੜੇ 60-70 ਸਾਲ ਪਹਿਲਾਂ ਦਿਖਦੇ ਸੀ ਉਹੀ ਇਹਨਾਂ ਪਾਰਟੀਆਂ ਦੀ ਅਗਵਾਈ ਕਰਦੇ ਨੇ। ਲੱਗਦਾ ਨਹੀਂ ਵੀ ਜਿਹੜੇ ਇਹ ਬਿਰਧ ਅਵਸਥਾ ਵਾਲੀ ਲੀਡਰਸ਼ਿਪ ਲਗਾਤਾਰ ਅੱਗੇ ਵਧ ਰਹੀ ਹੈ, ਨਵੀਂ ਪੀੜ੍ਹੀ ਨੂੰ ਨਹੀਂ ਜੋੜ ਰਹੀ, ਉਹ ਵੀ ਇੱਕ ਕਾਰਨ ਹੈ। ਇਹ ਗੱਲ ਇਹ ਨਹੀਂ ਹੈ ਕਿ ਨਵੀਂ ਪੀੜ੍ਹੀ ਨੂੰ ਇਹ ਲੋਕ ਨਹੀਂ ਜੋੜ ਰਹੇ। ਅਸਲ 'ਚ ਗੱਲ ਇਹ ਹੋ ਗਈ, ਇੱਕ ਸਮਾਂ ਜਦੋਂ ਦੁਨੀਆ ਨੂੰ ਦਿਸ ਰਿਹਾ ਸੀ ਕਿ ਸਮਾਜਵਾਦੀ ਵਿਵਸਥਾ ਤਾਂ ਦੁਨੀਆ ਦੇ ਤੀਜੇ ਹਿੱਸੇ 'ਤੇ ਆ ਗਈ ਹੈ, ਉਹਨਾਂ ਨੇ ਤਾਂ ਸਾਰਾ ਕੁਝ ਤਬਦੀਲ ਕਰਕੇ ਰੱਖ ਦਿੱਤਾ। ਮੈਂ 1980 'ਚ USSR ਗਿਆ ਸੀ, ਮੈਨੂੰ ਸੱਚੀ ਗੱਲ ਹੈ ਉੱਥੇ ਸੁਰਗ ਹੀ ਲੱਗਿਆ। ਸੁਰਗ ਇਸ ਤਰ੍ਹਾਂ ਲੱਗਿਆ ਕਿ ਉੱਥੋਂ ਦੇ ਲੋਕਾਂ ਨੂੰ ਤਨਖਾਹ ਥੋੜੀ ਘੱਟ ਵੱਧ, ਮਾਨਸਿਕ ਤੌਰ ਤੇ ਬੇਫਿਕਰ ਸੀ। ਮੈਂ ਤੁਹਾਨੂੰ ਪੰਜਾਬ ਲਿਆਉਣਾ ਚਾਹੁੰਦਾ, ਇੱਕ ਉਦਾਹਰਨ ਹੈ, ਐਗਜ਼ਾਮਪਲ ਹੈ। ਆਮ ਆਦਮੀ ਪਾਰਟੀ ਦੀ ਉਮਰ 10-10.5 ਸਾਲ ਹੈ ਸਾਰੀ। ਉਹਨੇ ਦਿੱਲੀ 'ਚ ਵੀ ਸਰਕਾਰ ਬਣਾ ਲਈ ਔਰ ਪੰਜਾਬ ਵਿੱਚ ਵੀ ਉਹ ਟ੍ਰੈਡੀਸ਼ਨਲ ਰਵਾਇਤੀ ਪਾਰਟੀਆਂ ਲੀਡਰਾਂ ਨੂੰ ਢਹਿ ਕਰਕੇ ਸਰਕਾਰ ਬਣਾ ਲਈ। ਔਰ ਜਦੋਂ ਮੈਂ ਉਹਨਾਂ ਦੇ ਬੋਲ ਸੁਣਦਾ ਲੀਡਰਸ਼ਿਪ ਦੇ, ਅਰਵਿੰਦ ਕੇਜਰੀਵਾਲ ਹੋ ਸਕਦੇ ਨੇ, ਭਗਵੰਤ ਮਾਨ ਹੋ ਸਕਦੇ ਪੰਜਾਬ ਦੇ ਮੁੱਖ ਮੰਤਰੀ, ਜੋ ਮੋਸਟਲੀ ਕਾਮਰੇਡ ਕਹਿੰਦੇ ਸੀ ਉਹੀ ਉਹ ਗੱਲਾਂ ਕਹਿ ਰਹੇ ਨੇ। ਲੱਗਦਾ ਨਹੀਂ ਫਿਰ ਜਿਹੜੀ ਤੁਹਾਡੀ ਸਪੇਸ ਖਾਲੀ ਸੀ ਉਹਨਾਂ ਨੇ ਲੈ ਲਈ, ਤੁਸੀਂ ਐਕਟਿਵ ਨਹੀਂ ਹੋਏ, ਸਰਗਰਮ ਨਹੀਂ ਹੋਏ, ਲਾਮਬੰਦ ਨਹੀਂ ਹੋਏ। ਨਹੀਂ, ਗੱਲ ਇਹ ਹੈ ਕਿ ਐਕਟਿਵ ਤਾਂ ਹੈ, ਲੇਕਿਨ ਉਹ ਥੋੜ੍ਹਾ ਜਿਹਾ ਬੋਲਣ ਦੇ ਵਿੱਚ ਥੋੜ੍ਹਾ ਜਿਹਾ ਐਸੇ ਬਿਆਨ ਦੇਣ 'ਚ ਜਿਹੜੇ ਲੋਕਾਂ ਨੂੰ ਵਕਤੀ ਤੌਰ 'ਤੇ ਜਿਹੜਾ ਹੈ ਖੁਸ਼ ਕਰਦੇ ਸੀ, ਉਹਨਾਂ ਨੇ ਬਹੁਤ ਵੱਡੇ ਦਿੱਤੇ। ਤੇ ਕਾਮਰੇਡ ਸੰਕੋਚ ਕਰਦੇ ਆ ਉਹ ਸ਼ਬਦਾਂ, ਕਾਮਰੇਡ ਉਹ ਸ਼ਬਦ ਦੇਣ ਲੱਗੇ ਸੰਕੋਚ ਕਰਦੇ ਆ। ਤੇ ਇਸ ਵਾਸਤੇ ਜਿਸ ਤਰ੍ਹਾਂ ਪਾਣੀ ਹੈ, ਪਾਣੀ ਅਸੀਂ ਸਭ ਨੂੰ ਫ੍ਰੀ ਦੇ ਦਿਆਂਗੇ, ਬਿਜਲੀ ਅਸੀਂ ਸਭ ਨੂੰ ਫ੍ਰੀ ਦੇ ਦਿਆਂਗੇ, ਤੇ ਇਹ ਸਾਰੀਆਂ ਗੱਲਾਂ, ਕਿਸਾਨੀ ਮੁੱਦੇ ਆ ਪਹਿਲੇ ਦਿਨ ਅਸੀਂ ਹੱਲ ਕਰ ਦਿਆਂਗੇ, ਵਿਕਦਰੀ ਜਿਹੜੀਆਂ ਨਰਾਦਰ ਗੁਰੂ ਗ੍ਰੰਥ ਸਾਹਿਬ ਜਦ ਗੁਰੂਆਂ ਦੇ ਹੁੰਦੇ ਆ ਉਹ ਅਸੀਂ 24 ਘੰਟੇ ਠੀਕ ਕਰ ਦਿਆਂਗੇ। ਕਾਮਰੇਡਾਂ ਲਈ ਇਹ ਗੱਲਾਂ ਇੰਨੀਆਂ ਕਰਨੀਆਂ ਥੋੜ੍ਹੀਆਂ ਦਿੱਕਤ ਦੀਆਂ। ਨੌਜਵਾਨ ਪੀੜ੍ਹੀ ਜਿਹੜੀ ਇੱਕ ਬਹੁਤ ਨੌਜਵਾਨ ਪੀੜ੍ਹੀ ਤੇ ਨਾਲ ਲੇਖਕ ਕਵੀ ਜਿਹੜੇ ਬਹੁਤ, ਜਿਨ੍ਹਾਂ ਨੇ ਇਹ ਦੇਖ ਲਿਆ ਸੀ ਕਿ ਆ ਰਿਹਾ, ਇਹਨੂੰ ਕੋਈ ਨਹੀਂ ਰੋਕ ਸਕਦਾ, ਉਹ ਜਦੋਂ ਸਮਾਂ ਥੋੜ੍ਹਾ ਜਿਹਾ ਬੀਤ ਰਿਹਾ ਹੈ ਤਾਂ ਉਹਦੇ ਨਾਲ ਥੋੜ੍ਹਾ ਜਿਹਾ ਉਹਨਾਂ ਦੇ ਮਨ 'ਚ ਦੁਬਿਧਾ ਜੀ ਆ ਸਕਦਾ, ਨਹੀਂ ਆ ਸਕਦਾ ਕੀ ਹੈ। ਨੌਜਵਾਨ ਜਿੰਨੇ ਉਤਸ਼ਾਹ ਨਾਲ ਆਏ ਸੀ, ਕਮਿਊਨਿਸਟ ਪਾਰਟੀਆਂ ਚਾਹੁੰਦੀਆਂ ਕਿ ਨੌਜਵਾਨ ਆਉਣ, ਲੇਕਿਨ ਅੱਜ ਦੀ ਅਖੀਰਲਾ ਸਵਾਲ, ਕੀ ਮੁੜ ਕੇ ਕਾਮਰੇਡਾਂ ਦਾ, ਲਾਲ ਝੰਡੇ ਦਾ, ਟ੍ਰੇਡ ਯੂਨੀਅਨ ਦਾ ਉਹ ਪਹਿਲੇ ਵਾਲਾ 1962 ਵਾਲਾ ਜਲੋ ਦੇਵੀ ਦਿਆਲ ਜੀ ਨੂੰ ਆਸ ਹੈ ਵੀ ਆਊਗਾ? ਦੇਖੋ ਕਿ ਲਾਲ ਝੰਡੇ ਥੱਲੇ ਉਹ ਜਲਾਓ ਆਉਂਦਾ, ਕਮਿਊਨਿਸਟ ਪਾਰਟੀਆਂ ਦੇ ਝੰਡੇ ਥੱਲੇ ਆਉਂਦਾ, ਲੇਕਿਨ ਇੱਕ ਗੱਲ ਜ਼ਰੂਰ ਹੈ, ਕਿਹਦੇ ਝੰਡੇ ਥੱਲੇ ਆਉਂਦਾ, ਕਿਸ ਤਰ੍ਹਾਂ ਦੀ ਹੁੰਦੀ ਹੈ ਅਗਵਾਈ, ਇਹ ਤਾਂ ਸਮਝ ਦੱਸੂਗਾ। ਲੇਕਿਨ ਇਹ ਜ਼ਰੂਰ ਹੈ ਕਿ ਦੁਨੀਆ ਨੂੰ ਜਾਂ ਦੇਸ਼ ਨੂੰ ਲੋੜ ਹੈ ਇਸ ਗੱਲ ਦੀ ਤਬਦੀਲੀ ਦੀ। CTU ਦੀਆਂ ਬੱਸਾਂ ਬੜੀਆਂ ਮਸ਼ਹੂਰ ਨੇ, ਕਹਿੰਦੇ ਸਰਵਿਸ ਬਹੁਤ ਵਧੀਆ। ਉਹ ਚੰਡੀਗੜ੍ਹ ਦੇ ਖੂਬਸੂਰਤ ਸ਼ਹਿਰ 'ਚ ਬੜੇ ਵਧੀਆ ਢੰਗ ਨਾਲ ਚੱਲਦੀਆਂ ਨੇ, ਔਰ ਇਹਦੇ ਨਾਲ ਜੁੜੀ ਹੈ ਟ੍ਰੇਡ ਯੂਨੀਅਨ CTU ਨਾਲ, ਕਿਉਂਕਿ CTU ਦੇ ਜਿਹੜੇ ਪ੍ਰਧਾਨ ਹੁੰਦੇ ਸੀ ਕਿਸੇ ਵੇਲੇ ਕੁਲਦੀਪ ਸਿੰਘ ਸੇਖੋਂ, ਕਹਿੰਦੇ ਜਦੋਂ ਬੜਕ ਮਾਰਦੇ ਸੀ, ਨਾਅਰਾ ਲਾਉਂਦੇ ਸੀ, ਤੇ ਇੱਕ ਵਾਰੀ ਚੰਡੀਗੜ੍ਹ ਪ੍ਰਸ਼ਾਸਨ ਹਿੱਲ ਜਾਂਦਾ ਸੀ। ਉਸ ਤੋਂ ਬਾਅਦ ਰਣਜੀਤ ਸਿੰਘ ਹੰਸ, ਜਿਨ੍ਹਾਂ ਦੇ ਹੱਥ 'ਚ ਲੰਬਾ ਸਮਾਂ CTU ਦੀ ਕਮਾਂਡ ਰਹੀ ਹੈ, ਉਹ ਸਾਡੇ ਨਾਲ ਮੌਜੂਦ ਨੇ, ਔਰ 40 ਸਾਲਾਂ ਤੋਂ, ਤਕਰੀਬਨ 4 ਦਹਾਕਿਆਂ ਤੋਂ ਚੰਡੀਗੜ੍ਹ ਦੀ ਟ੍ਰੇਡ ਯੂਨੀਅਨ 'ਚ ਸਰਗਰਮ ਨੇ। ਹੰਸ ਜੀ, 1 ਮਈ 2023 ਤੇ 40 ਸਾਲ ਪਿੱਛੇ ਝਾਤ ਮਾਰੀਏ, ਉਦੋਂ ਤੇ ਅੱਜ ਕੀ ਫਰਕ ਲੱਗਦਾ ਟ੍ਰੇਡ ਯੂਨੀਅਨ? ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਮਰ ਨਿਊਜ਼ ਦਾ ਸਵਾਗਤ ਕਰਦਾ ਵੀ ਤੁਸੀਂ ਟ੍ਰੇਡ ਯੂਨੀਅਨ ਦੇ ਉੱਤੇ, ਮੁਲਾਜ਼ਮਾਂ ਦੇ, ਮਜ਼ਦੂਰਾਂ ਦੇ ਉੱਤੇ ਹਰ ਟਾਈਮ ਧਿਆਨ ਦਿੰਦੇ। ਮਿਹਰਬਾਨੀ। ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ, ਮੈਂ 1982 6ਵੇਂ ਮਹੀਨੇ 'ਚ CTU 'ਚ ਜੁਆਇਨ ਕੀਤਾ ਸੀ। ਉਸ ਵੇਲੇ ਸਾਡੇ ਪ੍ਰਧਾਨ ਕੁਲਦੀਪ ਸਿੰਘ ਸੇਖੋਂ ਹੁੰਦੇ ਸੀ, ਤੇ ਉਹਨਾਂ ਨੇ ਪੂਰੀ ਜਿਹੜੀ ਹੈਗੇ ਮੁਹਿੰਮ ਵਿੱਢੀ ਹੋਈ ਸੀ CTU ਨੂੰ ਜਿਹੜਾ ਹੈਗਾ ਚੜ੍ਹਦੀ ਕਲਾ 'ਚ ਲਿਜਾਣ ਵਾਸਤੇ, ਵਰਕਰਾਂ ਦੇ ਹੱਕਾਂ ਦੀ ਰਾਖੀ ਦੇ ਵਾਸਤੇ। ਜੀ ਰਣਜੀਤ ਜੀ, ਤੁਸੀਂ ਇਹ ਦੱਸੋ, ਜਦੋਂ ਅੱਜ ਚੰਡੀਗੜ੍ਹ ਦੀਆਂ
ਸਿਟੀ ਦੀਆਂ ਬੱਸਾਂ ਦੇਖੀ ਦੀਆਂ, ਹਰੇ ਭਰੇ ਰੰਗ ਦੀਆਂ, ਲਾਲ ਰੰਗ ਦੀਆਂ, ਬਹੁਤ ਖੂਬਸੂਰਤ ਨੇ। ਕਹਿੰਦੇ ਪ੍ਰਦੂਸ਼ਣ ਵੀ ਨਾ ਮਾਤਰ ਫੈਲਾਉਂਦੀਆਂ ਨੇ, ਪਰ ਉਹਨਾਂ ਨੂੰ ਚਲਾਉਣ ਵਾਲੇ ਡਰਾਈਵਰ, ਕੰਡਕਟਰ, ਵਰਕਸ਼ਾਪਾਂ ਵਿਚਲੇ ਵਰਕਰ ਜਿਹੜੇ ਨੇ, ਪਤਾ ਤਾਂ ਇਹ ਲੱਗਾ ਵੀ ਉਹਨਾਂ ਦੀਆਂ ਚੀਕਾਂ ਨਿਕਲੀਆਂ ਨੇ। ਉਹਨਾਂ ਨੂੰ ਠੇਕੇ ਤੇ ਆਊਟਸੋਰਸ ਤੇ ਰੱਖਿਆ ਜਾ ਰਿਹਾ ਹੈ ਤੇ ਸੁੰਦਰ ਬੱਸਾਂ ਦੇ ਵਿੱਚ ਉਹ ਵਿਚਾਰੇ ਬਣ ਕੇ ਕੰਮ ਕਰ ਰਹੇ ਨੇ। ਬਿਲਕੁਲ ਠੀਕ ਤੁਸੀਂ ਗੱਲ ਕਰ ਰਹੇ ਆ। ਮੈਂ ਅਕਤੂਬਰ 16 ਚ ਰਿਟਾਇਰ ਹੋਇਆ ਜੀ, ਤੇ 13 ਦੇ ਵਿੱਚ ਅਸੀਂ ਜਨਵਰੀ 13 ਨੂੰ ਹੜਤਾਲ ਰੱਖੀ, ਸਭ ਤੋਂ ਪਹਿਲਾਂ 2 ਘੰਟੇ ਦੀ। ਉਸ ਤੋਂ ਬਾਅਦ ਪ੍ਰਸ਼ਾਸਨ ਦਾ ਸਰਿਆ ਨਹੀਂ, ਫਿਰ ਅਸੀਂ 4 ਘੰਟੇ ਦੀ ਰੱਖੀ, ਫਿਰ ਨਹੀਂ ਸਰਿਆ। ਫਿਰ ਅਸੀਂ 6 ਘੰਟੇ ਦੀ ਰੱਖੀ, ਫਿਰ ਨਹੀਂ ਸਰਿਆ। ਫਿਰ ਅਸੀਂ ਫੁੱਲ ਡੇ ਦੀ ਹੜਤਾਲ 8 ਘੰਟੇ ਦੀ ਕਰਤੀ। ਉਹ ਫੁੱਲ ਡੇ ਵੀ ਨਹੀਂ, ਉਹਨੂੰ 8 ਘੰਟੇ ਵੈਸੇ ਅਸੀਂ ਮੁਲਾਜ਼ਮਾਂ ਦਾ ਆਉਣ ਜਾਣ ਦਾ ਟਾਈਮ ਉਹਦੇ 'ਚ ਕਵਰ ਕਰ ਲਿਆ ਸੀ ਵੀ ਲੋਕਾਂ ਨੂੰ ਤਕਲੀਫ ਨਾ ਹੋਵੇ, ਨਹੀਂ ਸਰਿਆ। ਫਿਰ ਅਸੀਂ 24 ਘੰਟੇ ਦੀ ਹੜਤਾਲ ਰੱਖੀ 13 ਚ। ਉਦੋਂ ਫਿਰ ਦਿਮਾਗ ਜਿਹੜਾ ਹੈਗਾ ਪ੍ਰਸ਼ਾਸਨ ਦਾ, ਇੱਥੇ ਦੇ ਅਫਸਰਾਂ ਦਾ ਦਰੁਸਤ ਹੋਇਆ ਵੀ ਹੁਣ ਨਹੀਂ ਸਰਨਾ, ਹੁਣ ਇਹਨਾਂ ਨਾਲ ਗੱਲਬਾਤ ਕਰਨੀ ਪਈ। ਉਹਦਾ ਸਦਕਾ ਉਸ ਤੋਂ ਬਾਅਦ ਚ ਕਰਦੇ ਕਰਦੇ ਫਿਰ ਅਸੀਂ 15 ਦੇ ਵਿੱਚ ਆ ਕੇ 14 ਦੇ ਵਿੱਚ ਜਿਹੜੀ ਹੈਗੀ ਮੀਟਿੰਗ ਹੋਈ। ਫਿਰ ਜਿਹੜੀ ਹੈਗੀ ਆ ਪਾਲਿਸੀ, ਉਦੋਂ ਆਪ ਜਿਹੜੀ ਬੀਜੇਪੀ ਦੀ ਸਰਕਾਰ ਆਈ ਨਹੀਂ ਸੀ, ਕਾਂਗਰਸ ਦੀ ਸਰਕਾਰ ਸੀਗੀ। ਉਦੋਂ 200 ਬੱਸਾਂ ਦੀ ਪਾਲਿਸੀ ਬਣਾਈ ਅਸੀਂ, 200 ਬੱਸਾਂ ਦੀ ਪਾਲਿਸੀ ਬਣੀ। 23 ਤੱਕ ਹੁਣ ਤੱਕ ਸਰਕਾਰਾਂ ਦੀ ਇੰਨੀ ਨਲਾਇਕੀ ਹੈ ਕਿ ਉਹ ਬੱਸਾਂ ਕਰਦੇ ਕਰਦੇ ਉਦੋਂ ਦੀ ਪਾਲਿਸੀ ਬਣੀ, ਹੁਣ ਤੱਕ ਅਜੇ ਪੂਰੀਆਂ ਹੁਣ ਆ ਕੇ ਪੂਰੀਆਂ ਅਜੇ ਹੋਈਆਂ ਨਹੀਂ, ਅਜੇ ਕੁਝ ਬੱਸਾਂ ਹੋਣੀਆਂ ਰਹਿੰਦੀਆਂ। ਸਟਾਫ ਕਿਵੇਂ ਭਰਤੀ ਕੀਤਾ ਜਾਂਦਾ? ਸਟਾਫ ਦੀ ਗੱਲ ਜੇ ਮੈਂ ਤੁਹਾਨੂੰ ਦੱਸਾਂ, ਸਟਾਫ ਇਸ ਵੇਲੇ 1500 ਰੈਗੂਲਰ ਆ ਸਾਡੇ ਕੋਲ, 1200 ਕੱਚੇ ਕੰਮ ਹੈ। ਪੋਜੀਸ਼ਨ ਬਰਾਬਰ ਹੀ ਪਹੁੰਚ ਗਈ। ਬੱਸਾਂ ਦੀ ਜਿਹੜੀ ਪੋਜੀਸ਼ਨ ਹੈ, ਡਿਪੂ ਨੰਬਰ 1 ਦੇ ਵਿੱਚ 185 ਬੱਸਾਂ ਹੈ ਜਿਹੜੀਆਂ ਲੌਂਗ ਰੂਟ ਦੀਆਂ ਬੱਸਾਂ ਬਾਹਰ ਦੀਆਂ ਸਟੇਟਾਂ ਨੂੰ ਕਵਰ ਕਰਦੀਆਂ। 3 ਨੰਬਰ ਡਿਪੂ 'ਚ 130 ਬੱਸਾਂ, 315 ਬੱਸਾਂ ਦਾ ਜਿਹੜਾ ਹੈਗਾ ਫਲੀਟ ਸੀਟੀਯੂ ਦੇ ਨਾਮ ਬੋਲਦਾ। ਇਹਨਾਂ ਵਿੱਚੋਂ ਕਾਫੀ ਜ਼ਿਆਦਾ ਵੀ ਜਿਹੜੀਆਂ ਹੈਗੀਆਂ ਲਗਭਗ 50-60 ਕੰਡਮ ਹੋਣ ਦੇ ਨੇੜੇ। ਔਰ ਸਾਡਾ ਅਸੀਂ ਜਦੋਂ ਅਸੀਂ ਰਿਟਾਇਰ ਹੋ ਕੇ ਗਏ 417 ਦਾ ਫਲੀਟ ਬੋਲਦਾ ਸੀ, ਅੱਜ 1315 ਰਹਿ ਗਿਆ ਸੀਟੀਯੂ ਦਾ ਨਾਮ ਦੇ ਉੱਤੇ। ਤੇ ਇਸ ਦੇ ਮੁਕਾਬਲੇ ਸੁਸਾਇਟੀ ਆ ਗਈ। ਸੁਸਾਇਟੀ ਦੇ ਵਿੱਚ 170 ਬੱਸਾਂ ਜਿਹੜੀਆਂ ਹੈਗੀਆਂ ਸਰ 2 ਨੰਬਰ ਡਿਪੂ 'ਚ, ਉਹ ਅਸੀਂ ਬੜੀਆਂ ਲੜ ਕੇ ਜਿਹੜੇ ਕਾਂਗਰਸ ਦੇ ਇਸ ਵੇਲੇ ਸੁਭਾਸ਼ ਚਾਵਲਾ ਜੀ ਉਹ ਮੇਅਰ ਹੁੰਦੇ ਸੀ, ਉਹਨਾਂ ਨੇ ਬੜੀ ਮੇਰੇ ਨਾਲ ਲੰਬੀ ਚੌੜੀ ਸਾਡੇ ਨਾਲ ਮੀਟਿੰਗ ਕਰਕੇ ਅਸੀਂ ਛੋਟੀਆਂ ਬੱਸਾਂ ਮੰਗਾਈਆਂ ਸੀਗੀਆਂ। 100 ਬੱਸਾਂ ਜਨਰਮ ਸਕੀਮ ਦੇ ਵਿੱਚ ਆਈਆਂ ਜੀ ਸਾਡੇ ਕੋਲ। ਉਹ ਜਨਰਮ ਸਕੀਮ ਕੀ ਸੀ? ਸਾਡੇ ਕਾਮਰੇਡ ਗੁਰਦਾਸ ਗੁਪਤਾ ਜੀ ਉਦੋਂ ਸਾਡੀਆਂ ਨੈਸ਼ਨਲ ਮੀਟਿੰਗਾਂ ਦੇ ਵਿੱਚ ਸਾਨੂੰ ਦੱਸਦੇ ਸੀ ਵੀ ਤੁਸੀਂ ਤਿਆਰ ਹੋ ਜਾਓ ਮਿੱਤਰੋ, ਤੁਹਾਨੂੰ ਜਿਹੜਾ ਰਗੜਾ ਚਾੜਨ ਵਾਸਤੇ ਸਰਕਾਰ ਨੇ ਪਲਾਨ ਬਣਾ ਲਿਆ। ਹੁਣ ਰਗੜਾ ਦੱਸੋ ਕੀ ਚੜ ਰਗੜਾ ਚੜ ਗਿਆ ਜੀ, ਉੱਥੋਂ ਸ਼ੁਰੂ ਹੋ ਗਿਆ 2008 ਤੋਂ। ਉਹ 100 ਜਨਰਮ ਸਕੀਮ ਚ ਆਈਆਂ ਤੇ ਉਹਦਾ ਸਟਾਫ ਜਿਹੜਾ ਫਿਰ ਮੁੜ ਕੇ ਅਸੀਂ ਪਹਿਲਾਂ ਬੜੇ ਲੜੇ, ਨਹੀਂ ਰੱਖਣ ਦਿੱਤਾ, ਕੱਚਾ ਵੀ ਪੱਕਾ ਰੱਖੋ ਪੱਕਾ ਰੱਖੋ। ਅਖੀਰ ਨੂੰ ਹਾਲਾਤ ਇਦਾਂ ਦੇ ਬਣਾਤੇ, ਸਟਾਫ ਸਾਡੇ ਕੋਲ ਪੱਕਾ ਵੀ ਨਹੀਂ ਰੱਖਿਆ, ਬੱਸਾਂ ਖੜ ਗਈਆਂ। ਸਰਕਾਰ ਨੇ ਹਾਲਾਤ ਬਣਾਤੇ ਵੀ ਹੁਣ ਰੱਖਣੇ ਪੈਣੇ ਆ ਕੱਚੇ। ਕੱਚੇ ਰੱਖੇ ਫਿਰ ਹਰੀਆਂ ਜੀ ਘੁੰਮਦੀਆਂ ਬੜੀਆਂ ਸੋਹਣੀਆਂ ਲੱਗਦੀਆਂ। 1 ਕਿਲੋਮੀਟਰ ਸਕੀਮ ਦੇ ਵਿੱਚ ਬੱਸਾਂ ਆਈਆਂ। ਇਹਦੇ ਵਿੱਚ ਜਿਹੜਾ ਹੈਗਾ ਸਾਡਾ ਸਟਾਫ ਪੂਰਾ ਨਹੀਂ ਹੈਗਾ, ਸਾਡਾ ਸਿਰਫ ਕੰਡਕਟਰ ਹੈ, ਡਰਾਈਵਰ ਕੰਪਨੀ ਦਾ ਹੈਗਾ। ਪਹਿਲਾਂ ਤਾਂ ਸਾਡਾ ਕੱਟ ਉੱਥੇ ਲੱਗ ਗਿਆ। ਮਤਲਬ ਇਹ ਹੈ ਵੀ ਸੀਟੀਯੂ ਚੋਂ ਰੈਗੂਲਰ ਭਰਤੀ ਦਾ ਸਫਾਇਆ ਹੋ ਗਿਆ। ਮੈਂ ਹੁਣ ਦੂਸਰੇ ਪਾਸੇ ਆਉਣਾ ਚਾਹੁੰਦਾ। ਹੁਣ ਆਈ ਹੈ ਥੋੜੀ ਜੀ। ਰਣਜੀਤ ਜੀ, ਤੁਸੀਂ ਸੀਟੀਯੂ ਤੋਂ ਅੱਗੇ ਵਧੇ, ਡਿਊਟੀ ਸਰਵਿਸ ਫੈਡਰੇਸ਼ਨ ਜਿਹੜਾ ਬਹੁਤ ਸ਼ਾਨਦਾਰ ਇਤਿਹਾਸ ਹੈ, ਤੁਸੀਂ ਉਹਦੇ ਪ੍ਰਧਾਨ ਰਹੇ, ਠੀਕ ਹੈ ਜੀ। ਔਰ ਮੈਨੂੰ ਯਾਦ ਹੈ, ਮੈਂ ਆਪਣੇ ਅੱਖੀਂ ਦੇਖਿਆ ਵੀ ਸੀਟੀਯੂ ਡਿਊਟੀ ਫੈਡਰੇਸ਼ਨ ਨੇ ਜਦੋਂ 1990 ਦੀ ਗੱਲ ਹੈ, ਪੰਜਾਬ ਦੇ ਸਕੇਲ ਹਾਸਲ ਕਰਨੇ ਸੀ ਤੇ ਮਰਨ ਵਰਤ ਰੱਖੇ ਸੀ। ਡਿਊਟੀ ਸੈਕਟਰੀਏਟ 'ਚ ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਸੀ। ਅੱਜ ਫੈਡਰੇਸ਼ਨ ਦੀ ਕੀ ਸਥਿਤੀ ਹੈ? ਮੇਰੇ ਤੋਂ ਪਹਿਲਾਂ ਪ੍ਰਤਾਪ ਸਿੰਘ ਜੀ ਲਾਂਬਾ ਸਾਡੇ ਫੈਡਰੇਸ਼ਨ ਦੇ ਜਨਰਲ ਸਕੱਤਰ ਹੁੰਦੇ ਸੀ। ਰਘਵੀਰ ਸਿੰਘ ਜੀ ਸੰਧੂ ਜਿਹੜੇ ਹੈਗੇ ਸਾਡੇ ਪ੍ਰਧਾਨ ਹੁੰਦੇ ਸੀ। ਤੇ ਅਸੀਂ ਉਦੋਂ ਜੂਨੀਅਰ ਸੀਗੇ। ਬੜੀ ਲੜਾਈ 1491 ਤੋਂ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਸੀਗਾ ਤੇ ਉਦੋਂ ਲੜ ਕੇ ਜਿਹੜੇ ਹੈਗੇ ਆ ਪੰਜਾਬ ਦੇ ਸਕੇਲ ਲਏ ਸੀ ਜਿਹੜੇ ਖੋਏ ਹੋਏ ਸਾਡੇ।
ਜਿਹਦਾ ਅੱਜ ਤੱਕ ਅਸੀਂ ਨਿੱਘ ਮਾਣਦੇ ਆ ਰਹੇ ਹਾਂ ਪੰਜਾਬ ਸਕੇਲਾਂ ਤੇ ਦਾ। ਹੁਣ ਤੇ ਤੁਹਾਨੂੰ ਪਰ ਅਫਸੋਸ ਇਹ ਹੈ ਅਸੀਂ ਬੜੇ ਲੜੇ। ਮੈਂ ਪਿਛਲੇ ਟਾਈਮ ਜਦੋਂ ਮੈਡਮ ਕਿਰਨ ਖੇਰ ਆ ਗਏ, ਅਸੀਂ ਇਹਨਾਂ ਨੂੰ ਕਿਹਾ ਕਿ ਸਾਨੂੰ ਜਿਹੜੇ ਹੈਗਾ ਮੁਕੰਮਲ ਪੰਜਾਬ ਦੇ ਰੂਲ ਲਾਗੂ ਕਰ ਦਿਓ ਤੇ ਭਰਤੀ ਸਾਡੀ ਜਿਹੜੀ ਹੈਗੀ ਪੰਜਾਬ ਦੇ ਅਨੁਸਾਰ ਹੋਣ ਲੱਗ ਜਾਵੇ, ਤਾਂ ਕਿ ਡੈਥ ਕੇਸ ਦੇ ਜਿਹੜੇ ਵਾਰਸ ਸਾਡੇ ਲਗਭਗ 600 ਪੈਂਡਿੰਗ ਕੇਸ ਡਿਊਟੀ ਦੇ ਪਏ ਆ, ਉਹ ਜਿਹੜੇ ਹੱਲ ਹੋ ਜਾਣ। ਉਹਨੇ ਜੀ ਲੋਕ ਸਭਾ 'ਚ ਮਸਲਾ ਚੁੱਕਿਆ ਤੇ ਉਸ ਤੋਂ ਬਾਅਦ 'ਚ ਜਿਹੜਾ ਹੈਗਾ ਰੂਲ ਜਿਹੜਾ ਹੈਗਾ ਉੱਥੇ ਆ ਗਈ ਹੈ ਵੀ ਤੁਹਾਡੇ ਤੇ ਪਰ ਅੱਜ 1 ਅਪ੍ਰੈਲ 2022 ਤੋਂ ਹੁਣ ਸੈਂਟਰਲ ਦੇ ਸਕੇਲ ਲਾਗੂ ਹੋ ਗਏ ਜੀ। ਹੁਣ ਜਿਹੜਾ ਮਸਲਾ ਇਹ ਹੈ ਵੀ ਇਸ ਤਰ੍ਹਾਂ ਵੰਡੀਆਂ ਪਾ ਦਿੱਤੀਆਂ ਇਹ ਸਰਕਾਰ ਨੇ ਸਾਡੇ ਲੋਕਾਂ ਦੇ ਵਿੱਚ, ਕੁਛ ਕੈਟਾਗਰੀਆਂ ਨੂੰ 2-4 ਕੈਟਾਗਰੀਆਂ ਨੂੰ, ਜਿਵੇਂ ਸਿਹਤ ਵਿਭਾਗ ਆ ਉਹਦੇ 'ਚ ਫਾਇਦਾ ਥੋੜਾ ਬਹੁਤਾ ਹੈਗਾ, ਉਹਨਾਂ ਨੂੰ ਪੇਸ਼ੈਂਟ ਕੇਅਰ ਅਲਾਉਂਸ ਮਿਲਦਾ। ਕਈ ਚੀਕਾਂ ਮਾਰੇ ਜੇ ਲੌਂਗ ਰਨ ਸੋਚਾਂਗੇ ਦੇਖਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਭ ਲੋਕਾਂ ਨੂੰ ਅੱਖਾਂ 'ਚ ਘਸੁੰਨ ਦੇਖ ਕੇ ਰੋਣਾ ਪਵੇਗਾ। ਉਹਦਾ ਜ਼ਿੰਮੇਵਾਰ ਰਣਜੀਤ ਸਿੰਘ ਹੰਸ ਨਹੀਂ, ਮੈਂ ਇਕੱਲਾ ਜ਼ਿੰਮੇਵਾਰ ਨਹੀਂ, ਮੈਂ ਲੜਿਆ ਜੀ। ਮੈਂ ਉਸ ਦਿਨ ਜਿਸ ਦਿਨ ਐਲਾਨ ਕਰਕੇ ਗਿਆ ਤੇ ਜਿਹੜਾ ਹੈਗਾ ਅਮਿਤ ਸ਼ਾਹ ਜੀ, ਮੈਂ ਉਸ ਦਿਨ ਵੀ ਜਿਹੜਾ ਤੁਹਾਡੀ ਲੜਾਈ ਦਾ ਕੋਈ ਮੁੱਲ ਨਹੀਂ ਪੈ ਰਿਹਾ ਨਾ, ਤੁਹਾਡੇ ਨਾਰਿਆਂ ਦੇ ਕੋਈ ਅਸਰ ਨਹੀਂ ਹੋ ਰਿਹਾ, ਇਹਦਾ ਮਤਲਬ ਨਾਰੇ ਕਮਜ਼ੋਰ ਹੋ ਗਏ। ਮੈਂ ਇਸ ਗੱਲ ਮੰਨਣ 'ਚ ਬਿਲਕੁਲ ਝਿਜਕ ਨਹੀਂ ਉਹ ਕਰਾਂਗਾ। ਇਸ ਗੱਲ ਦੇ ਵਿੱਚ ਮੈਂ ਮੰਨਦਾ ਇਸ ਗੱਲ ਨੂੰ ਕਿ ਜਿਹੜੇ ਪੰਜਾਬ ਸਕੇਲਾਂ ਦੇ ਮਦਈ ਘੱਟ ਰਹਿ ਗਏ ਤੇ ਸੈਂਟਰ ਸਕੇਲਾਂ ਦੇ ਅੱਖੋਂ ਪਰੋਖੇ ਜਿਹੜਾ ਹੈਗਾ ਭੜੋ ਕੇ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਆਪਣੇ ਪਾਲੇ 'ਚ ਗੇਰ ਕੇ ਉਹ ਵੰਡੀਆਂ ਪੈ ਗਈਆਂ। ਉਹਨਾਂ ਨੇ ਗੁੰਮਰਾਹ ਕਰ ਲਿਆ ਸਰਕਾਰ ਨੇ, ਪਰ ਇਹਨਾਂ ਦਾ ਲੀਡਰਸ਼ਿਪ ਕਮਜ਼ੋਰ ਸੀ ਜਿਨ੍ਹਾਂ ਨੇ ਗੁੰਮਰਾਹ ਹੋਣ ਦਿੱਤਾ। ਬਿਲਕੁਲ ਜਿਹੜੀ ਲੀਡਰਸ਼ਿਪ ਦੀ ਕਮੀ ਹੈਗੀ ਹੈ ਇਸ ਵੇਲੇ, ਮੈਂ ਮੰਨਦਾ ਹਾਂ। ਮੈਂ ਵੀ ਐਕਟਿਵ ਨਹੀਂ ਹੈ ਇਸ ਵੇਲੇ, ਜ਼ਿਆਦਾ ਹੈਗਾ ਕਿਉਂਕਿ ਮੈਂ ਰਿਟਾਇਰ ਹੋ ਗਿਆ ਜੀ ਤੇ ਇਹ ਬਿਲਕੁਲ ਮੰਨਣ ਦੇ ਲਾਇਕ ਹੈ ਤੁਹਾਡੀ ਗੱਲ। ਪਰ ਜਿਹੜੇ ਲੋਕ ਕੰਟਰੈਕਟ ਵਾਲੇ ਆ, ਇੱਥੇ ਆਊਟਸੋਰਸਿੰਗ ਵਾਲੇ ਆ, ਉਹਨਾਂ ਦਾ ਤਾਂ ਟੋਟਲ ਨੁਕਸਾਨ ਹੋ ਗਿਆ। ਤੁਹਾਨੂੰ ਪਤਾ ਹੈ ਕਿ ਪੰਜਾਬ ਦੀ ਸਰਕਾਰ ਪਾਲਿਸੀ ਬਣਾਉਣ ਜਾ ਰਹੀ ਹੈ। ਉਹਨਾਂ ਨੇ ਜਿਹੜੇ ਹੈਗੇ ਆ ਡੇਲੀ ਬੇਸ ਤੇ ਕੰਟੈਕਟ ਤੇ ਡਾਇਰੈਕਟ ਸੀਗੇ ਡਿਪਾਰਟਮੈਂਟਾਂ 'ਚ, ਉਹ ਪੱਕੇ ਕਰਨੇ ਸ਼ੁਰੂ ਕਰ ਦਿੱਤੇ ਆ, ਕਰ ਵੀ ਦਿੱਤੇ ਕਾਫੀ। ਜਿਹੜੇ ਆਊਟਸੋਰਸਿੰਗ ਵਾਲੇ ਆ, ਤੁਹਾਨੂੰ ਪਤਾ ਵੀ ਸੀਐਮ ਜਿਹੜਾ ਪੰਜਾਬ ਦਾ ਉਹ ਕਹਿ ਰਿਹਾ ਕਿ ਅਸੀਂ ਇਹਨਾਂ ਨੂੰ ਡਾਇਰੈਕਟ ਆਪਣੇ ਅੰਡਰ ਇਹਨਾਂ ਨੂੰ ਠੇਕੇ ਤੇ ਲਿਆ ਕੇ ਫਿਰ ਅਸੀਂ ਚਾਹੁੰਦੇ ਸੀ ਕਿ ਮੇਰਾ ਸਵਾਲ ਇਹ ਹੈ ਪੰਜਾਬ ਤੇ ਕਰ ਰਿਹਾ, ਹੁਣ ਤੁਸੀਂ ਇਹ ਦੱਸੋ ਰਣਜੀਤ ਸਿੰਘ ਜੀ, ਉਹ 18000 ਠੇਕੇ ਤੇ ਆਊਟਸੋਰਸ ਤੇ ਕੰਮ ਕਰਦੇ ਜਿਹੜੇ ਵਰਕਰ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਨਿਕਲ ਗਈਆਂ, ਜਿਹੜੇ ਡਿਊਟੀ ਪ੍ਰਸ਼ਾਸਨ ਤੇ ਕੰਮ ਕਰਦੇ ਕਹ ਲਈਏ ਬੁੱਢੇ ਹੋ ਗਏ, ਨਾ ਉਹਨਾਂ ਨੂੰ ਰਿਟਾਇਰਮੈਂਟ ਤੇ ਦੁੱਕੀ ਮਿਲਣੀ ਹੈ, ਨਾ ਉਹਨਾਂ ਦੀ ਕੋਈ ਸਰਵਿਸ ਸਿਕਿਉਰਿਟੀ ਹੈ, ਉਹਨਾਂ ਦਾ ਭਵਿੱਖ ਹੈਗਾ। ਮੈਂ ਉਹੀ ਗੱਲ ਭਾਈ ਨਹੀਂ ਜੀ, ਭਵਿੱਖ ਬਿਲਕੁਲ ਖਤਮ ਹੋ ਗਿਆ ਉਹਨਾਂ ਦਾ ਭਵਿੱਖ। ਉਹਨਾਂ ਦੇ ਵਾਸਤੇ ਕਿਸੇ ਨੇ ਨਹੀਂ ਸੋਚਿਆ। ਮੈਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਕਸਰਾਂ ਕੱਢਾਂਗਾ। ਇਹ ਮੌਕਾ ਸਾਨੂੰ ਲੋਕ ਸਭਾ ਦੀ ਇਹ ਸਰਕਾਰਾਂ ਸਿੱਧੀਆਂ ਹੁੰਦੀਆਂ ਇਲੈਕਸ਼ਨਾਂ ਦੇ ਵੇਲੇ, ਕਸਰਾਂ ਕੱਢਾਂਗੇ ਅਸੀਂ ਵੀ ਤੁਸੀਂ ਆਹ ਨੁਕਸਾਨ ਕਰਤਾ। ਜੇ ਪੁੱਛਿਆ ਜਾਵੇ, ਪਹਿਲਾਂ ਸਭ ਤੋਂ ਪਹਿਲਾਂ ਗਵਰਨਮੈਂਟ ਪ੍ਰੈਸ ਬੰਦ ਕੀਤੀ, ਜਿਹੜਾ ਹੈਰੀਟੇਜ ਸੀ, ਗਵਰਨਮੈਂਟ ਪ੍ਰੈਸ ਬੰਦ ਕਰ ਦਿੱਤੀ। ਉਸ ਤੋਂ ਬਾਅਦ ਕਿੰਨੇ ਮਹਿਕਮਿਆਂ ਨੂੰ ਹੱਥ ਪਾ ਲਿਆ ਤੇ ਕਰਨ ਕੀ ਆਏ ਆ ਤੇ ਕਰ ਕੀ ਰਹੇ ਆ। ਚੰਡੀਗੜ੍ਹ 'ਚ ਟ੍ਰੇਡ ਯੂਨੀਅਨ ਦੇ ਖੇਤਰ 'ਚ ਇੱਕ ਨਾਂ ਇੰਦਰਜੀਤ ਸਿੰਘ ਗਰੇਵਾਲ ਪਿਛਲੇ ਤਕਰੀਬਨ ਅੱਧੀ ਸਦੀ ਤੋਂ ਟ੍ਰੇਡ ਯੂਨੀਅਨ 'ਚ ਸਰਗਰਮ ਨੇ। ਉਹਨਾਂ ਨੂੰ ਪੁੱਛਦੇ ਆ ਵੀ 1 ਮਈ 2023 ਤੇ ਜਿਵੇਂ ਗਰੇਵਾਲ ਸਾਹਿਬ ਤੁਸੀਂ ਦੱਸਿਆ 74 'ਚ ਤੁਸੀਂ ਨਾਅਰੇ ਸ਼ੁਰੂ ਕਰ ਦਿੱਤੇ ਸੀ, ਕੀ ਫਰਕ ਸਮਝਦੇ ਜੀ? ਮੈਂ ਸਮਝਦਾ ਕਿ ਅੰਤਰ ਤੇ ਬਹੁਤ ਵੱਡਾ ਅੰਤਰ ਹੈ ਕਿ ਜਿਹੜਾ 1970 ਤੋਂ ਬਾਅਦ ਦੀਆਂ ਦਰਅਸਲ ਘਟਨਾਵਾਂ ਜੇ ਦੇਸ਼ ਦੀਆਂ ਦੇਖੀਆਂ ਜਾਵੇ ਕਿ ਉਸ ਵੇਲੇ ਇੱਕ ਰੇਲਵੇ ਸਟ੍ਰਾਈਕ ਹੋਈ ਸੀ ਜੀ, ਉਸ ਦੇ ਵਿੱਚ ਜਿਹੜੀਆਂ ਅਸੀਂ ਦੇਖਿਆ LIC ਬੈਂਕਸ ਨੇ ਬੜੀ ਵੱਡੀ ਹੜਤਾਲ ਕੀਤੀ ਸੀ। ਅਸੀਂ ਵੀ ਉਸ ਹੜਤਾਲ ਦੇ ਵਿੱਚ ਸ਼ਾਮਲ ਹੋਏ ਸੀ। ਇਹ ਆਪਣਾ ਜਿਹੜਾ ਬੱਸ ਸਟੈਂਡ ਦੇ ਨਾਲ ਗੋਲ ਚੱਕਰ ਆ, ਉੱਥੇ ਆ ਕੇ ਡੈਮੋਨਸਟ੍ਰੇਸ਼ਨ ਕੀਤਾ ਸੀ ਅਸੀਂ ਬੱਸ ਸਟੈਂਡ ਵਾਲੇ ਚੌਂਕ ਤੇ। ਜਾਂ ਗੋਲ ਚੱਕਰ ਜਿਹੜਾ ਨੀਵਾਂ ਹੈ ਪਾਣੀ ਜਿੱਥੇ ਖੜ ਜਾਂਦਾ ਉਸ ਗੋਲ ਚੱਕਰ ਦੇ ਵਿੱਚ। ਸੋ ਉਸ ਵੇਲੇ ਇੱਕ ਟ੍ਰੇਡ ਯੂਨੀਅਨ ਦੇ ਵਿੱਚ ਇੱਕ ਬਹੁਤ ਵੱਡਾ ਆਵਾਰ ਸੀ ਜੋ ਮੈਂ ਉਸ ਵੇਲੇ ਦੇਖਿਆ, ਇੱਕ ਗੱਲ ਜੀ। ਦੂਸਰੀ ਗੱਲ ਮੈਂ ਸਮਝਦਾ ਕਿ ਜਿਹੜੀ ਚੰਡੀਗੜ੍ਹ ਦੀ ਬਹੁਤ ਵੱਡੀ ਉਸ ਵੇਲੇ ਪ੍ਰਾਪਤੀ ਸੀ ਉਹ ਇਹ ਸੀ ਕਿ ਆਪਣੀਆਂ ਟ੍ਰੇਡ ਯੂਨੀਅਨਾਂ ਦੇ ਜਿਹੜੇ ਵਿਚਾਰ ਸੀ ਉਹਨਾਂ ਤੋਂ ਉੱਪਰ ਉੱਠ ਕੇ ਇੱਕ ਚੰਡੀਗੜ੍ਹ ਦੇ ਅੰਦਰ ਇੱਕ ਆਲ ਟ੍ਰੇਡ ਯੂਨੀਅਨ ਕੋਆਰਡੀਨੇਸ਼ਨ ਕਮੇਟੀ ਬਣੀ। ਮਤਲਬ ਵੀ ਚੌਧਰਾਂ ਤੇ ਆਪੋ ਆਪਣੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਵਰਕਰਾਂ ਦੀ ਗੱਲ ਕਰਦੇ ਸੀ, ਜਿਹਦੇ ਵਿੱਚ BMS ਵੀ ਸ਼ਾਮਲ ਸੀ। ਓਕੇ, ਜੇ ਬਜਾਜ ਭਾਰਤੀ ਮਜ਼ਦੂਰ ਸੰਘ ਬਜਾਜ ਜਿਹੜੇ ਲੀਡਰ ਸੀ ਉਹਨਾਂ ਦੀ ਮੌਤ ਹੋ ਗਈ ਬਾਅਦ ਦੇ ਵਿੱਚ। ਇੱਕ ਡੋਗਰਾ ਸੀ, ਪੂਰਾ ਨਾਂ ਨਹੀਂ ਪਿੱਛੇ ਉਹਨਾਂ ਦਾ ਤਖੱਲਸ ਡੋਗਰਾ ਜੀ ਸੀ। ਸੋ ਉਹ
BMS ਦੀ ਯੂਨੀਅਨ ਵੀ ਉਹਦੇ ਵਿੱਚ ਸ਼ਾਮਲ ਸੀ ਔਰ ਉਸ ਨੇ ਸਾਂਝੇ ਰੂਪ 'ਚ ਬੜੀਆਂ ਵੱਡੀਆਂ ਪ੍ਰਾਪਤੀਆਂ ਵੀ ਕੀਤੀਆਂ ਕਿ ਜਿੱਥੇ ਕਿਤੇ ਸੰਘਰਸ਼ ਹੋਇਆ ਉਸ ਸੰਘਰਸ਼ ਦੇ ਵਿੱਚ ਇਹ ਲੀਡਰ ਖਾਸ ਤੌਰ ਤੇ ਉਸ ਵੇਲੇ ਮਤਲਬ ਕਿ ਗੁਰਬਚਨ ਜੀ ਸੀਗੇ, ਇਧਰੋਂ ਏਟਕ ਵੱਲੋਂ ਵੱਡੇ ਲੀਡਰ ਜਿਹੜੇ ਸੀ ਦੇਵੀ ਦਿਆਲ ਗੰਭੀਰ ਜੀ ਸੀਗੇ, HS ਗੰਭੀਰ ਜਿਹੜੇ ਸੀ ਇਹ ਸੀਗੇ। ਇਹਨਾਂ ਦੇ ਵਿੱਚ ਜਿਹੜਾ ਮੈਂ ਮਹਿਸੂਸ ਕੀਤਾ ਜਿਹੜਾ ਉਸ ਵੇਲੇ ਨੌ ਜਿਹੜਾ ਇੰਡਸਟਰੀ ਦੇ ਵਿੱਚ ਜਿਹਦੇ ਤੋਂ ਮਾਲਕ ਭੈ ਖਾਂਦੇ ਸੀ ਉਹ ਮੈਂ ਮਹਿਸੂਸ ਕੀਤਾ 3 ਲੀਡਰ ਸੀ ਉਹ। ਇੱਕ JU ਸ਼ਰਮਾ ਸੀ, ਅੱਛਾ ਜੀ, ਫਾਈਜ਼ਰ ਦੇ ਕੰਮ ਕਰਦੇ ਸੀ। ਇੱਕ NK ਸ਼ਰਮਾ ਸੀ, ਇੱਕ OP ਸ਼ਰਮਾ ਸੀ। ਏਟਕ ਦੇ ਤਿੰਨੇ ਏਟਕ ਦੇ ਸੀ ਨਹੀਂ, ਉਹ 2 C2 ਨਾਲ ਸੀ। JU ਸ਼ਰਮਾ ਤੇ NK ਸ਼ਰਮਾ C2 ਨਾਲ ਸੀ ਤੇ ਜਿਹੜਾ OP ਸ਼ਰਮਾ ਸੀ ਉਹ ਏਟਕ ਨਾਲ ਸੀ। ਉਹ ਭਾਸ਼ਣ ਨਹੀਂ ਸੀ ਕਰਦੇ ਲੇਕਿਨ ਉਹ ਕਾਨੂੰਨੀ ਬੜੇ ਮਾਹਰ ਸੀ ਤੇ ਇਹ ਸੀ ਉਹਨਾਂ ਦੀ ਦਹਿਸ਼ਤ ਇਹਨਾਂ ਲੀਡਰਾਂ ਦੀ ਉਸ ਵੇਲੇ ਵੀ ਜਿਹੜੇ ਗੇਟ ਤੇ ਵੀ JU ਸ਼ਰਮਾ ਆ ਗਿਆ, ਵੀ OP ਸ਼ਰਮਾ ਆ ਗਿਆ, ਹੁਣ ਮਾਲਕਾਂ ਦੇ ਛੱਕੇ ਛਡਾ ਦੇਣਗੇ, ਹੁਣ ਇਹ ਮਾਲਕਾਂ ਨੂੰ ਮਾਣੀ ਪਾ ਲੈਣਗੇ, ਹੁਣ ਇਹਨਾਂ ਦੇ ਅੱਗੇ ਜਵਾਬ ਨਹੀਂ। ਤਰਲੋਚਨ ਦਰਅਸਲ ਹਕੀਕਤ ਵੀ ਇਹੀ ਦੇਖੀ ਆ ਕਿ ਅਸੀਂ ਦੇਖਿਆ ALC ਦੇ ਸਾਹਮਣੇ ਉਸ ਵੇਲੇ ਬਲਵੰਤ ਸਿੰਘ ਹੁੰਦਾ ਸੀ ਪੰਜਾਬ ਤੋਂ ਡੈਪੂਟੇਸ਼ਨ ਦਾ ਆਇਆ, 17 ਸੈਕਟਰ ਜਿਹੜੀ ਗਵਰਨਮੈਂਟ ਪ੍ਰੈਸ ਹੈ ਉਹਦੇ ਵਿੱਚ ਦਫ਼ਤਰ ਹੁੰਦਾ ਸੀ ALC ਦਾ। ਤੇ ਉੱਥੇ ਮਤਲਬ ਕਿ ਮਾਲਕਾਂ ਦੀ ਇਹ ਹਿੰਮਤ ਨਹੀਂ ਸੀ ਕਿ ਇਹਨਾਂ ਦੇ ਅੱਗੇ ਕੋਈ ਜਵਾਬ ਸਵਾਬ ਕਰ ਸਕਣ ਤੇ ਵੱਡੀਆਂ ਪ੍ਰਾਪਤੀਆਂ। ਤੇ ਫਿਰ ਇਹ ਤੁਸੀਂ ਇਹ ਕਹਿਣਾ ਚਾਹੁੰਦੇ ਜੇ ਵੀ ਅੱਜ ਉਦਾਂ ਦੀ ਲੀਡਰਸ਼ਿਪ ਨਹੀਂ ਉੱਭਰ ਕੇ ਆਈ ਸਾਹਮਣੇ? ਮੈਂ ਸਮਝਦਾ ਕਿ ਜਿਵੇਂ ਤੁਸੀਂ ਸਵਾਲ ਕੀਤਾ ਹੈ ਤਾਂ ਇਹ ਇੱਕ ਐਸਤਾ ਗਰਾਫ ਥੱਲੇ ਨੂੰ ਗਿਆ, ਐਸਤਾ ਇਹਨਾਂ ਦੇ ਜਾਣ ਤੋਂ ਬਾਅਦ ਵੀ ਇੱਕ ਤੇ ਇੰਡਸਟਰੀਅਲ ਏਰੀਆ ਦੇ ਵਿੱਚ ਫਿਰ ਵੀ ਬੜੇ ਡੈਮੋਨਸਟ੍ਰੇਸ਼ਨ ਹੁੰਦੇ ਰਹੇ। ਖਾਸ ਤੌਰ ਤੇ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਅਸੀਂ ਮਤਲਬ ਕਿ ਅੱਜ ਦੇ ਦਿਨ ਮਤਲਬ ਕਿ ਇੰਡਸਟਰੀਅਲ ਏਰੀਆ ਸ਼ਾਮ ਨੂੰ ਬੱਲੇ ਸਾਰੀਆਂ ਫੈਕਟਰੀਆਂ ਦੇ ਅੱਗੇ ਝੰਡੇ ਲਾ ਕੇ ਮੇਲੇ ਵਰਗਾ ਮਾਹੌਲ, ਕੋਈ ਇਧਰੋਂ ਭੂਸ਼ਣ ਫੈਕਟਰੀ ਚੋਂ ਨਿਕਲ ਰਿਹਾ, ਕੋਈ ਫੈਕਟਰੀ ਚੋਂ ਨਿਕਲ ਰਿਹਾ, ਕੋਈ ਮਤਲਬ ਕਿ ਮੜੇਲੇ ਦੇ ਵਿੱਚੋਂ ਆ ਰਿਹਾ ਕਿ ਇੱਕ ਜਗ੍ਹਾ ਦੇ ਉੱਤੇ ਜਾ ਕੇ ਇਸ ਤਰ੍ਹਾਂ। ਮੈਨੂੰ ਯਾਦ ਹੈ ਇੱਕ ਦਿਨ ਜਦੋਂ ਮੈਂ ਟ੍ਰਿਬਿਊਨ 'ਚ ਹੁੰਦਾ ਸੀ, ਮੈਨੂੰ 1 ਮਈ ਵਾਲੇ ਦਿਨ ਸਾਰੇ ਫੰਕਸ਼ਨ ਕਵਰ ਕਰਨੇ ਬੜੇ ਔਖੇ ਲੱਗਦੇ ਸੀ ਤੇ ਅੱਜ ਪਤਾ ਕਰਨਾ ਪੈ ਲਿਆ ਵੀ ਕਿੱਥੇ ਹੈ ਕਿ ਹੋ ਰਿਹਾ ਸੀ। ਇਹ ਚੀਜ਼ 'ਚ ਕੋਈ ਦੋ ਰਾਇਆਂ ਨਹੀਂ ਹਨ। ਸੋ ਇਸ ਲਈ ਉਹ ਸੀਨ ਜਿਹੜਾ ਮੇਰੇ ਦੇਖ ਕੇ ਤੇ ਜ਼ਰੂਰ ਮਨ ਨੂੰ ਤੁਸੀਂ ਕੋਈ ਉਹ ਐਜੀਟੇਸ਼ਨ ਆਪਣੇ ਦੌਰ ਦੀ 49 ਸਾਲ ਤੁਸੀਂ ਹੁਣ ਵੀ ਤੁਸੀਂ ਸੰਗਰਮ ਜੇ ਜਿਹੜੀ ਤੁਸੀਂ ਐਜੀਟੇਸ਼ਨ ਤੁਹਾਨੂੰ ਨਜ਼ਰ ਆਉਂਦੀ ਤੇ ਤੁਹਾਨੂੰ ਇੱਕ ਵਾਰੀ ਲੂ ਕੰਢੇ ਖੜੇ ਹੁੰਦੇ ਵੀ ਕਮਾਲ ਹੈ ਵੀ ਇਦਾਂ ਦਾ ਸੰਘਰਸ਼ ਨਹੀਂ ਦੇਖਿਆ ਕਰੀ? ਉਹ ਜੇ ਮੈਂ ਦੱਸ ਸਕਦਾ ਜੀ, ਉਹ ਮੋਡੇਲਾ ਫੈਕਟਰੀ ਦਾ। ਅੱਛਾ ਜੀ। ਏਟਕ ਦੀ ਲੀਡਰਸ਼ਿਪ ਸੀ ਹੈ ਜੀ। ਤੇ ਉੱਥੇ ਪਰ ਇੱਕ ਕਮਾਲ ਦੀ ਗੱਲ ਹੈ ਵੀ ਤੁਸੀਂ ਕਹਿ ਰਹੇ ਜੇ ਏਟਕ ਦੀ ਲੀਡਰਸ਼ਿਪ ਸੀ, ਮਤਲਬ ਆਮ ਹੁੰਦਾ ਨਾ ਵੀ ਦੂਜੀ ਧਿਰ ਦੀ ਜਿਹੜੀ ਹੈ ਕਿਤੇ ਉਪਮਾ ਨਹੀਂ ਕਰਨੀ, ਤੁਸੀਂ ਬੜੇ ਮਾਣ ਨਾਲ ਕਹਿ ਰਹੇ ਜੇ। ਹਕੀਕਤ ਹੈ ਤੇ ਬਾਲ ਲਾਜ਼ਮੀ ਤੌਰ ਤੇ ਉਹਦੇ 'ਚ ਇਹ ਲੀਡਰ ਸਨ, ਕਾਂਵੜ ਗੰਭੀਰ ਜੀ ਲੀਡਰ ਸਨ। ਮੇਰੇ ਬਹੁਤ ਪਿਆਰੇ ਨੇ ਨਾ ਸਾਰੇ, ਹੁਣ ਅਸੀਂ ਇਕੱਠਿਆਂ ਕੀਤਾ ਇਹ ਉਹ ਅਲੱਗ ਭਾਵੇਂ ਜੋ ਮਰਜ਼ੀ ਹੋਵੇ। ਗੰਭੀਰ ਜੀ ਉੱਥੇ ਲੀਡਰ ਸਨ, ਦੇਵੀ ਦਿਆਲ ਸੀਗੇ, OP ਸ਼ਰਮਾ ਦੱਸਿਆ ਵੀ ਕਾਨੂੰਨੀ ਤੌਰ ਤੇ ਸੀ। ਮਤਲਬ ਕਿ ਉਸ ਵੇਲੇ 2 ਐਜੀਟੇਸ਼ਨਾਂ ਬਹੁਤ ਮਤਲਬ ਕਿ ਸੀ ਉੱਥੇ। ਜੇ ਕੋਈ ਆਉਂਦਾ ਸੀ ਬਾਹਰੋਂ ਮਾਲਕ ਲਿਆਉਂਦੇ ਸੀ, ਸੱਚੀ ਗੱਲ ਹੈ ਕਿ ਉਹਨੂੰ ਕੁੱਟ ਕੇ ਭਜਾ ਦਿੱਤਾ। ਬਹੁਤ ਹੀ ਸਿਰੜ ਤਰੀਕੇ ਦੇ ਨਾਲ ਲੜਾਈਆਂ ਲੜੀਆਂ। ਫਿਰ ਇਸ ਤਰ੍ਹਾਂ ਭੂਸ਼ਣ ਫੈਕਟਰੀ ਦੇ ਵਿੱਚ ਉਹ C2 ਦੀ ਸੀ, ਉਹ JU ਸ਼ਰਮਾ ਜੀ ਦੀ ਅਗਵਾਈ ਦੇ ਵਿੱਚ। ਭੂਸ਼ਣ ਤੁਹਾਨੂੰ ਪਤਾ ਕਿ ਬਹੁਤ ਵੱਡਾ ਉਸ ਵੇਲੇ ਵੀ ਬਹੁਤ ਪੈਸੇ ਵਾਲਾ ਬੰਦਾ ਸੀ, ਉਹਦੀ ਬੜੀ ਪਹੁੰਚ ਵੀ ਸੀ, ਲੇਕਿਨ ਉਹਦੇ ਖਿਲਾਫ ਵੀ ਲੜੇ ਆ। JU ਸ਼ਰਮਾ ਲੜਿਆ, NK ਸ਼ਰਮਾ ਹੁਣੀ ਲੜੇ ਤੇ ਜਿੱਤਾਂ ਪ੍ਰਾਪਤ ਕੀਤੀਆਂ। ਮਤਲਬ ਕਿ ਇੱਕ ਮੈਂ ਕਹਿ ਸਕਦਾ ਕਿ ਵਿਲੱਖਣ ਕਿਸਮ ਦੀ ਮੀਟਰ ਫੈਕਟਰੀ 'ਚ ਤਾਂ ਕਾਂਵੜ ਦੇਵੀ ਦਿਆਲ ਦੀ ਅਗਵਾਈ 'ਚ ਕਈ ਵਾਰ ਹੋਇਆ, ਇੱਕ ਵਾਰੀ ਨਹੀਂ। ਮੀਟਰ ਫੈਕਟਰੀ ਦੀ ਸੰਘਰਸ਼ ਤਾਂ ਕਈ ਵਾਰੀ ਹੋਏ ਤੇ ਇਸ ਲਈ ਮੈਂ ਸਮਝਦਾ ਕਿ ਉਸ ਵੇਲੇ ਇੱਕ ਦੌਰ ਹੀ ਸੀ ਟ੍ਰੇਡ ਯੂਨੀਅਨ ਮੂਵਮੈਂਟ ਦਾ ਕਿ ਕਿਸ ਤਰ੍ਹਾਂ। ਜਨਰਲ ਸਾਹਿਬ ਵੈਸੇ ਤਾਂ ਚਲੋ ਯੁੱਗ ਨਵਾਂ ਆ ਗਿਆ, ਸਮੇਂ ਮੁਤਾਬਕ ਕਈ ਉਤਰਾਅ ਚੜ੍ਹਾਅ ਆਉਂਦੇ ਨੇ। ਹੁਣ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਦੀ ਸੋਚ ਹੋਰ ਹੈ, ਸੋਸ਼ਲ ਮੀਡੀਆ ਦੇ ਵਿੱਚ ਗ੍ਰਿਫਤ ਹੋ ਗਈ ਹੈ। ਕਈ ਕਾਰਨ ਨੇ, ਪਰ ਇੱਕ ਕਾਰਨ ਇਹ ਵੀ ਨਹੀਂ ਲੱਗਦਾ ਵੀ ਜਿਉਂ-ਜਿਉਂ ਟ੍ਰੇਡ ਯੂਨੀਅਨ ਦੀ ਉਮਰ ਵਧੀ ਤਿਉਂ ਉਹਦੇ ਵਿੱਚ ਤਰੇੜਾਂ ਪੈਂਦੀਆਂ ਗਈਆਂ। ਕੁਦਰਤੀ ਇਹ ਆ ਵੀ ਸੋਚ ਮੁਤਾਬਕ, ਆਈਡੀਓਲੋਜੀ ਮੁਤਾਬਕ ਵੱਖ-ਵੱਖ ਜਥੇਬੰਦੀਆਂ ਬਣਨੀਆਂ। ਪਰ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਜਦੋਂ ਇੱਕ ਟਾਈਮ ਸੀ
ਸਾਰੀਆਂ ਜਥੇਬੰਦੀਆਂ ਦੀ ਲੀਡਰਸ਼ਿਪ ਵਰਕਰਾਂ ਦੀ ਆਵਾਜ਼ ਲਈ ਇਕੱਠੇ ਹੋ ਜਾਂਦੇ ਸੀ, ਕਿਤੇ ਉਹ ਖਲਾ ਨਹੀਂਗਾ। ਇਹ ਨਜ਼ਰ ਆ ਰਿਹਾ ਜੀ ਖਲਾ ਸਾਡੀ ਮਤਲਬ ਕਿ ਯੂਨਿਟੀ ਦੇ ਵਿੱਚ ਖਿਲਾ ਰਿਹਾ। ਮੈਂ ਇਹ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਇਹਦੇ ਬਾਵਜੂਦ ਤਰਲੋਚਨ ਜੀ ਕਿ ਅਸੀਂ ਆਪਣੀਆਂ ਟ੍ਰੇਡ ਯੂਨੀਅਨਾਂ ਚਲਾਈਆਂ, ਮਤਲਬ ਕਿ ਮੈਂ C2 ਸੀਗਾ, ਦੇਵੀ ਦਇਆਲ ਹੋਣੀ ਏਟਿਕ ਸੀਗੇ, ਦੂਸਰੇ ਕੋਈ ਇੰਟਿਕ ਦੇ ਵਿੱਚ ਸੀਗਾ, ਅਸੀਂ ਫੇਰ ਵੀ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਉਂਦੇ ਸੀ। ਤੁਹਾਨੂੰ ਗਿਆਨ ਹੈ ਇਸ ਗੱਲ ਦਾ, ਮੈਨੂੰ ਪਤਾ ਕਿ ਉਹਦੇ ਵਿੱਚ ਮਤਲਬ ਕਿ ਜੇ ਕੋਈ ਇਸ਼ੂ ਆ ਗਏ, ਫਾਰ ਐਗਜ਼ਾਮਪਲ ਦੇ ਤੌਰ ਤੇ ਕੋਈ ਲੇਬਰ ਕਮਿਸ਼ਨਰ ਦੇ ਨਾਲ ਸੰਬੰਧਿਤ ਆ ਗਿਆ, ਅਸੀਂ ਮਤਲਬ ਕਿ ਕਈ ਅਫਸਰ ਬਦਲਵਾਏ। ਸਾਡੇ ਸਾਹਮਣੇ ਇੱਕ ਲੇਬਰ ਸੈਕਟਰੀ ਕੋ ਅਸੀਂ ਗਏ ਤੇ ਇਸ਼ੂ ਸੀਗਾ ਲੇਬਰ ALC ਦਾ, ਅਸਿਸਟੈਂਟ ਲੇਬਰ ਕਮਿਸ਼ਨਰ ਦੇ ਕੰਪਲੇਂਟ ਸੀਗੀ। ਉਸ ਨੇ ਸਾਡੇ ਮੂੰਹ ਤੇ ਕਿਹਾ, ਉਸ ਨੂੰ ਬੁਲਾ ਕੇ ਕਹਿੰਦਾ ਇਹ ਸਾਰੀਆਂ ਟ੍ਰੇਡ ਯੂਨੀਅਨਾਂ ਤੇਰੇ ਖਿਲਾਫ ਬੋਲ ਰਹੀਆਂ ਹੈ, ਤੂੰ ਕਿੱਦਾਂ ਸੱਚ ਕਹਿ ਰਿਹਾ, ਸੱਚੇ ਤੂੰ ਝੂਠਾ। ਓਕੇ, ਯੂਨਿਟੀ ਦਾ ਇੰਨਾ ਦਬਾਅ ਇਹ ਮਤਲਬ ਕਿ ਹੋ ਗਿਆ ਏਟਕ C2 BMS ਸਾਰੀਆਂ HMS ਵੀ ਵਿੱਚ ਸੀ, ਵਡੇਰਾ ਜੀ ਹੋਣੀ। ਸੋ ਉਹਨੇ ਕਿਹਾ ਵੀ ਇਹ ਸਾਰੀਆਂ ਟ੍ਰੇਡ ਯੂਨੀਅਨਾਂ ਚੰਡੀਗੜ੍ਹ ਦੀਆਂ ਇਕੱਠੀਆਂ ਹੋ ਗਈਆਂ ਤੇਰੇ ਖਿਲਾਫ, ਇਹ ਗਲਤ ਨਹੀਂ ਹਨ, ਉਹਦੇ ਤੇ ਐਕਸ਼ਨ ਲਿਆ ਉਸਨੇ। ਸੋ ਇਹ ਮੈਂ ਸਮਝਦਾ ਕਿ ਉਸ ਤੋਂ ਬਾਅਦ ਜਿਹੜਾ ਸੈਕੰਡ ਸਟੈਪ ਮੈਂ ਇਹ ਕਹਿਣਾ, ਜਿਹੜਾ ਤੁਸੀਂ ਸਵਾਲ ਹੈ ਤੁਹਾਡਾ ਕਿ ਸਾਡੇ ਜੈਸੇ ਵੇਲੇ ਕੋਆਰਡੀਨੇਸ਼ਨ ਹੀ ਹੈ ਨਹੀਂ ਕੋਈ, ਜਿੰਨੇ ਕੁ ਵੀ ਹੈਗੇ ਆ ਅਸੀਂ ਉਹਨਾਂ ਦੀ ਵੀ ਕੋਈ ਕੋਆਰਡੀਨੇਸ਼ਨ ਹੈ ਨਹੀਂ ਕਾਫੀ ਦੇਰ ਤੋਂ। ਇੱਕ ਤੇ ਕਾਰਨ ਤਰਲੋਚਨ ਜੀ ਇਹ ਹੈ ਕਿ ਤੰਗ ਦਿਲੀਆਂ ਤਾਂ ਨਹੀਂ ਆ ਗਈਆਂ ਕਿਤੇ। ਮੈਂ ਦੱਸਦਾ, ਇੱਕ ਤਾਂ ਮੈਂ ਮਹਿਸੂਸ ਜੋ ਕਰਦਾ ਉਹ ਇਹ ਹੈ ਕਿ ਜਿਹੜਾ ਇੰਡਸਟਰੀਅਲ ਏਰੀਆ ਸੀ ਉਹ ਦਰਅਸਲ ਇੰਡਸਟਰੀਅਲ ਏਰੀਆ ਰਿਹਾ ਹੀ ਨਹੀਂ, ਕਨਵਰਟ ਹੋ ਗਿਆ ਹੋਟਲਾਂ 'ਚ, ਕਨਵਰਟ ਹੋ ਗਿਆ ਮੌਲਾਂ 'ਚ, ਕਨਵਰਟ ਹੋ ਗਿਆ। ਦੇਖੋ ਨਾ, ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਜੀ, ਮੈਨੂੰ ਸੱਚੀ ਗੱਲ ਹੈ ਕਿ ਮੈਂ ਮੌਲਾਂ 'ਚ ਨਹੀਂ ਜਾਂਦਾ। ਮੈਨੂੰ ਇੱਕ ਵਾਰ ਬੇਟਾ ਬਾਲ ਕਹੀ ਜਾਵੇ, ਮੈਂ ਉਹ ਜਿਹੜਾ ਹੈਗਾ ਜਿਹੜਾ ਫਾਈਜ਼ਰ ਦੀ ਜਗ੍ਹਾ ਮੌਲ ਬਣਿਆ, ਕੀ ਉਹਦਾ ਨਾਮ, ਅਲਾਂਟੇ ਮਾਲ, ਉੱਥੇ ਕੋਈ ਉਹਦੇ ਨਾਲ ਹੈ ਕੋਈ ਜੀ, ਤੇ ਮੈਂ ਘੁੰਮਦਾ ਰਿਹਾ। ਜਦੋਂ ਮੈਂ ਖਫਾਗਾ ਮੈਂ ਕਿੱਥੇ, ਉਹ ਮੈਂ ਜਾ ਪਰੇ ਤੂੰ ਕਹਾਂ ਮੈਂ ਫਾਈਜ਼ਰ ਫੈਕਟਰੀ ਕਰਦਾ, ਉਹਨੂੰ ਕੀ ਪਤਾ ਹੁਣ ਫਾਈਜ਼ਰ ਫੈਕਟਰੀ ਦਾ। ਇਵੇਂ ਜਿਵੇਂ ਮੀਟਰ ਫੈਕਟਰੀ ਦਾ ਉਹਦੇ ਨਾਲ ਸਰਵਿਸ ਸੀਗਾ ਮਰੂਤੀ ਵਾਲਿਆਂ ਦਾ, ਉਹ ਮੈਂ ਕਿਹਾ ਤੂੰ ਕਹੇ ਮੀਟਰ ਫੈਕਟਰੀ ਦੇ ਨਾਲ ਵਾਲੀ ਸੜਕ ਮੋੜਨਾ। ਮੇਰੇ ਕਹਿਣ ਦਾ ਮਤਲਬ ਦਿਮਾਗ 'ਚ ਮਤਲਬ ਕਿ ਫਾਈਜ਼ਰ ਮੀਟਰ ਮਤਲਬ ਕਿ ਪੀੜੀ 'ਚ ਦੇਖੋ ਫਰਕ ਤੇ ਪੈ ਗਿਆ ਨਾ। ਇੱਕ ਪੀੜੀ ਆ ਗਈ ਮੌਲ ਵਾਲੇ ਪਾਸੇ, ਤੁਸੀਂ ਹਾਲੇ ਉੱਥੇ ਫੈਕਟਰੀਆਂ ਵਾਲੇ ਪਾਸੇ ਜੇ, ਇਹ ਵੀ ਇੱਕ ਖਲਾ ਹੈਗਾ, ਖਲਾ ਹੈ ਕਿਉਂਕਿ ਵੱਡੀਆਂ। ਮੈਂ ਉਦਾਹਰਨ ਦਿੰਦਾ ਵੀ ਜਿੱਥੇ ਅਲਾਂਟੇ ਮਾਲ ਬਣਿਆ ਉੱਥੇ ਪਹਿਲਾਂ ਫੈਕਟਰੀ ਸੀ ਫਾਈਜ਼ਰ ਦੇ ਜਿਹੜੇ ਵਰਕਰ ਸੀ, ਉਹਨਾਂ ਦਾ ਸੱਭਿਆਚਾਰ, ਉਹਨਾਂ ਦਾ ਕਰੈਕਟਰ, ਉਹਨਾਂ ਦੀ ਸੋਚ ਹੋਰ ਸੀ। ਅਲਾਂਟੇ ਮਾਲ 'ਚ ਵੀ ਸੈਂਕੜੇ ਵਰਕਰ ਨੇ, ਸੇਲਜ਼ਮੈਨ ਨੇ, ਪਰ ਲੱਗਦਾ ਵੀ ਉਹ ਕਿਤੇ ਮਾਡਰਨ ਟੱਚ ਆ ਗਿਆ, ਉਹ ਨਾਰੇ ਵਾਲੇ ਪਾਸੇ ਨਹੀਂ ਆਉਂਦੇ। ਨਹੀਂ, ਮੈਂ ਇਹ ਮਹਿਸੂਸ ਕਰਦਾ ਕਮਜ਼ੋਰੀਆਂ ਸਾਡੇ 'ਚ ਮੰਨਦੇ ਜੀ, ਇਹ 'ਚ ਮੰਨਣਾ ਸੱਚ ਨਹੀਂ ਲੁਕਾਉਣਾ ਚਾਹੀਦਾ। ਤਰਲੋਚਨ ਜੀ ਸਵਾਲ ਇਸ ਗੱਲ ਦਾ, ਮੈਂ ਫਿਰ ਤੁਹਾਡੀ ਬੜਾ ਪਿਆਰਾ ਸਵਾਲ ਹੈ ਜੀ। ਉਸ ਵੇਲੇ ਜਦੋਂ ਦੀ ਤੁਸੀਂ ਆਪਾਂ ਸ਼ੁਰੂ ਕੀਤਾ, ਉਸ ਵੇਲੇ ਚੰਡੀਗੜ੍ਹ ਦੇ ਅੰਦਰ ਦੋ ਹੀ ਵੱਡੀਆਂ ਫੈਕਟਰੀਆਂ ਸੀ, ਇੱਕ ਫਾਈਜ਼ਰ, ਇੱਕ ਨੀਡਲ, ਠੀਕ ਹੈ, ਜਿਨ੍ਹਾਂ ਦੀ ਤਨਖਾਹ ਜ਼ਿਆਦਾ ਸੀ। ਸਭ ਤੋਂ ਵੱਧ ਤਨਖਾਹ ਫਾਈਜ਼ਰ ਦੀ ਸੀ ਤੇ ਸਭ ਤੋਂ ਟ੍ਰੇਡ ਯੂਨੀਅਨ ਲੀਡਰ ਪੈਦਾ ਫਾਈਜ਼ਰ ਚੋਂ ਪੈਦਾ ਹੋਏ। ਇਹਦੇ ਬਾਵਜੂਦ ਠੀਕ ਹੋ ਗਿਆ ਨਹੀਂ, ਦੂਸਰੀ ਜਗ੍ਹਾ ਜਾਣਾ, ਫੰਡ ਦੇਣੇ, ਮਤਲਬ ਰੌਲਾ ਹੀ ਕੋਈ ਨਹੀਂ। ਹੁਣ ਜੇ ਇਹਨੂੰ ਆਪਾਂ ਉਹੀ ਦੇਖੀਏ, ਉਹੀ ਫੈਕਟਰੀ ਦੀ ਜਗ੍ਹਾ ਦੇ ਉੱਤੇ ਅਲਾਂਟੇ ਮਾਲ ਬਣ ਗਿਆ, ਜਿਹੜਾ ਉਹਦੇ ਅੰਦਰ ਵਰਕਰ ਹੈ ਉਹਦੇ ਕੋਲ ਘੰਟੇ ਡਿਊਟੀ ਕਿੰਨੇ ਲੈ ਜਾਂਦੇ, 12, ਤੇ ਉਹਨੂੰ ਤਨਖਾਹ ਕੀ ਮਿਲਦੀ ਹੈ, ਕੁਛ ਵੀ ਨਹੀਂ। ਉਹਨੂੰ ਆਰਗੇਨਾਈਜ਼ ਅਸੀਂ ਕਰਨ 'ਚ ਫੇਰ ਨਹੀਂ ਕਰ ਸਕੇ, ਆਰਗੇਨਾਈਜ਼ ਨਹੀਂ। ਇੱਕ ਹੋਰ ਗੱਲ ਮੈਂ ਦੇਵੀ ਦਿਆਲ ਉਹਨਾਂ ਨੂੰ ਸਵਾਲ ਕੀਤਾ ਸੀ, ਮਾਈਂਡ ਨਾ ਕਰਿਓ, ਜਿਹੜੀਆਂ ਵੱਡੀਆਂ ਲੈਫਟ ਪਾਰਟੀਆਂ ਦੀਆਂ ਦੇ ਦਫ਼ਤਰ ਨੇ, ਜਦੋਂ ਉਹਨਾਂ ਦੇ ਅੰਦਰ ਵੜੀਦਾ ਤੇ ਇੱਕ ਵਾਰੀ ਤਾਂ ਭੁਲੇਖਾ ਪਾਉਂਦਾ ਵੀ ਜਿਵੇਂ ਬਿਰਧ ਆਸ਼ਰਮ ਦੇ ਅੰਦਰ ਵੜ ਗਏ ਆ। ਉਹੀ ਲੀਡਰਸ਼ਿਪ ਪਿਛਲੇ 50 ਸਾਲਾਂ ਤੋਂ ਉਹੀ ਅੱਜ ਹੈ। ਲੱਗਦਾ ਨਹੀਂ ਕਦੇ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ CPI CPM ਜਾਂ ਹੋਰ ਜਿਹੜੀਆਂ ਪਾਰਟੀਆਂ ਨੇ ਜੋੜ ਨਹੀਂ ਸਕੀਆਂ, ਜਿਹਦੇ ਕਰਕੇ ਖਿਲਾਫ ਪੈਦਾ ਹੋਇਆ, ਨਵੀਂ ਪੀੜ੍ਹੀ ਨਾਲ ਨਹੀਂ ਜੋੜ ਸਕੇ। ਦੇਖੋ, ਇਹਦੇ 'ਚ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੀ ਨਵੀਂ ਜਨਰੇਸ਼ਨ, ਇੱਕ ਤਾਂ ਇਹਦੇ 'ਚ ਹੈ ਕਿ ਤਰਲੋਚਨ ਜੀ ਜਿਹੜਾ ਮੈਂ ਥੋੜ੍ਹਾ ਕਰਨਾ ਚਾਹੁੰਦਾ ਇਹਦੇ 'ਚ ਕਿ ਜਿਹੜਾ ਐਮਰਜੈਂਸੀ ਲੱਗੀ, ਤੁਸੀਂ ਐਮਰਜੈਂਸੀ ਲੱਗੀ, ਠੀਕ ਹੈ, ਐਮਰਜੈਂਸੀ ਦੇ ਦੌਰਾਨ ਇੱਕ ਲੈਫਟ ਦੇ ਵਿੱਚ ਕਮਿਊਨਿਸਟ ਮੂਵਮੈਂਟ ਦੇ ਅੰਦਰ ਇੱਕ ਜਨਰੇਸ਼ਨ ਗੈਪ ਆਇਆ।
ਐਮਰਜੈਂਸੀ ਲਿਫਟ ਹੋਈ, ਇੱਕ ਕੈਡਰ ਇੱਕਦਮ ਯਕਦਮ ਮਤਲਬ ਕਿ ਲੈਫਟ ਦੇ ਵਿੱਚ ਆਇਆ। ਤੁਸੀਂ 70 71 ਤੋਂ ਬਾਅਦ ਦੇ ਦੇਖ ਸਕਦੇ ਹੋ ਜੰਪ ਆਇਆ। ਇਸੇ ਤਰ੍ਹਾਂ ਅੱਜ ਵੀ ਜਿਹੜਾ ਤੁਹਾਡਾ ਸਵਾਲ ਆ, ਮੈਂ ਫਿਰ ਐਡਮਿਟ ਕਰਦਾ ਕਿ ਇਸ ਵੇਲੇ ਲੈਫਟ ਦੇ ਨਾਲ ਮਤਲਬ ਕਿ ਯੂਥ ਸਟੂਡੈਂਟ ਨਹੀਂ ਆ ਰਿਹਾ। ਇਹੀ ਪਨੀਰੀ ਹੈ, ਜਦੋਂ ਇਹੀ ਪਨੀਰੀ ਹੈ, ਇੱਥੋਂ ਹੀ ਸਭ ਕੁਝ ਮਿਲਣਾ ਸਾਨੂੰ। ਜਦੋਂ ਤੁਸੀਂ ਹੁਣ ਅਸੀਂ 60 ਸਾਲ ਦੇ ਬੁੱਢੇ ਨੂੰ ਭਰਤੀ ਕਰ ਲਓ, ਬੜੀ ਖੁਸ਼ੀ ਨਾਲ ਕਰ ਲਓ, ਤੁਸੀਂ ਕੋਈ ਰੋਕਦਾ ਥੋੜੀ ਸਾਨੂੰ ਕੋਈ। ਬਿਲਕੁਲ ਠੀਕ ਹੈ। ਸਵਾਲ ਤਾਂ ਇਸ ਗੱਲ ਦਾ ਵੀ ਜੋ ਯੂਥ ਨੇ ਤੇ ਜੋ ਸਟੂਡੈਂਟ ਨੇ ਨੂੰ ਲਿਆਉਣਾ, ਅਸੀਂ ਉੱਥੇ ਤਾਂ ਦੂਜੇ ਸਵੀਪ ਕਰਕੇ ਖਿੱਚ ਕੇ ਲਈ ਜਾ ਰਹੇ ਹਾਂ। ਅਸੀਂ ਇੱਕ ਸਵਾਲ ਬਹੁਤ ਜ਼ਰੂਰੀ ਹੈ। ਜਦੋਂ ਇੰਦਰਜੀਤ ਗਰੇਵਾਲ ਹੋਣਾ ਨੇ ਇਹ ਖਬਰ ਤੁਹਾਡੇ ਕੰਨ 'ਚ ਪਈ ਵੀ CPI ਦਾ ਕੌਮੀ ਪਾਰਟੀ ਦਾ ਰੁਤਬਾ ਖੁੱਸ ਗਿਆ, ਕਿੱਦਾਂ ਮਹਿਸੂਸ ਕੀਤਾ? ਮੈਂ ਕਹਿੰਦਾ ਇਸ ਤੋਂ ਵੱਧ ਮੈਨੂੰ ਦੁੱਖ ਨਹੀਂ ਹੋਇਆ ਆਪਣੀ ਕਮਿਊਨਿਸਟ ਲਾਈਫ ਦੇ ਵਿੱਚ। ਬੜੀ ਵਾਰ ਮੈਂ ਇਹ ਜ਼ਿਕਰ ਕਰਦਾ ਕਿ ਵੀ ਇੱਕ ਵਾਰੀ ਸਮਾਂ ਸੀ, ਬਿਹਾਰ ਜਿਹੜਾ ਸੀ ਉਹ ਲਾਲੋ ਲਾਲ ਸੀ, ਬਿਹਾਰ CPI ਸੀ ਹੈ ਜੀ। ਬਾਅਦ 'ਚ ਬੰਗਾਲ ਬਾਅਦ 'ਚ ਬਣਿਆ, CPM ਦਾ ਬਾਅਦ 'ਚ ਬਣਿਆ, ਲੇਕਿਨ ਸ਼ੁਰੂਆਤ ਸਾਂਝੀ CPI ਦੇ ਵੇਲੇ ਤੋਂ ਲੈ ਕੇ ਇੱਕ ਬਿਹਾਰ ਜਿਹੜਾ ਉਹ ਮਜ਼ਦੂਰਾਂ ਦਾ ਗੜ੍ਹ ਸੀ, ਉੱਥੇ CPI ਦਾ ਇੱਕ ਪੂਰਾ ਦਬਦਬਾ ਤੇ ਗੜ੍ਹ ਸੀ। ਤੇ ਜਿੱਥੋਂ ਅਸੀਂ ਇੱਕ ਹਾਸ਼ੀ ਤੇ ਕੀ ਉੱਥੇ ਖਤਮ ਹੀ ਹੋ ਗਏ, ਤੇ ਹੌਲੀ ਹੌਲੀ ਅਸੀਂ ਬੰਗਾਲ 'ਚੋਂ ਵੀ ਹੋ ਗਏ, ਕੇਰਲਾ ਮਾੜਾ ਮੋਟਾ ਬਚਦਾ, ਤ੍ਰਿਪੁਰਾ 'ਚ ਵੀ ਅਸੀਂ ਚਲੇ ਗਏ। ਤੇ ਬਾਕੀ ਜਿਹੜੇ ਸੂਬੇ ਨੇ ਉੱਥੇ ਜਿਹੜੀ ਜੋੜ ਤੋੜ ਦੀ ਬੁਰਜਵਾ ਪਾਰਟੀਆਂ ਦੇ ਨਾਲ ਰਾਜਨੀਤੀ ਚੱਲ ਰਹੀ ਹੈ, ਉਹ ਵੀ ਡੈਮੇਜ ਕਰ ਰਹੀ ਹੈ। ਗਰੇਵਾਲ ਜੀ, ਅਖੀਰਲਾ ਸਵਾਲ, ਕੀ ਗਰੇਵਾਲ ਸਾਹਿਬ ਮਹਿਸੂਸ ਕਰਦੇ ਨੇ ਉਹ ਜਲੌ ਜੋ 1974 'ਚ ਤੁਸੀਂ ਪੈਰ ਰੱਖਿਆ ਸੀ ਟ੍ਰੇਡ ਯੂਨੀਅਨ 'ਚ, ਕਿਤੇ ਤੁਸੀਂ ਆਪਣੀ ਜ਼ਿੰਦਗੀ 'ਚ ਦੇਖੋਗੇ? ਦੇਖੋ, ਮੈਂ ਆਸ ਤੇ ਕਰਦਾ। ਕਿੰਨੀ ਕੁ? ਮੈਂ ਆਸ ਕਰਦਾ ਕਿ ਇਹ ਘੱਟੋ ਘੱਟ ਜਿਹੜਾ ਸਮੇਂ ਦੇ ਵਿੱਚ ਹੋਰ ਨਹੀਂ, ਮੈਂ ਇੱਕ ਥੋੜਾ ਜਿਹਾ ਹੋਰ ਸੋਚਦਾ ਇਹਨੂੰ ਤਰਲੋਚਨ ਜੀ। ਮੈਂ ਹਾਈਪੋਥੈਟਿਕਲੀ ਨਹੀਂ ਸੋਚਦਾ ਵੀ ਜੇ ਐਂ ਹੋ ਜੇ ਤੇ ਭਲਾਈ। ਮੈਂ ਇੱਕ ਗੱਲ ਜ਼ਰੂਰ ਸੋਚਦਾ ਜਿੱਥੇ ਐਕਚੁਅਲੀ ਪ੍ਰੋਬਲਮ ਕਿੱਥੇ ਪਈ ਆ। ਮੈਂ ਬਹੁਤ ਛੋਟਾ ਜਿਹਾ ਲੀਡਰ, ਮੈਂ ਇਹ ਸੋਚਦਾ ਕਿ ਜਿੰਨੀਆਂ ਵੀ ਲੈਫਟ ਪਾਰਟੀਜ਼ ਨੇ, ਰੌਲਾ ਇੱਥੇ ਪੈਂਦਾ ਜੀ, ਇਹ ਸਾਡਾ ਪ੍ਰੋਗਰਾਮ ਨਹੀਂ ਅਲਾਉ ਕਰਦਾ। ਸਾਡਾ ਪ੍ਰੋਗਰਾਮ ਇਹ ਮਤਲਬ ਕਿ ਜਿਹੜਾ ਹੈਗਾ ਜੀ, ਇਹ ਕੌਮੀ ਸਰਮਾਏਦਾਰੀ ਦਾ ਹੈ, ਇਹ ਸਰਮਾਏਦਾਰ ਜਗੀਰਦਾਰ ਜਮਾਤਾਂ ਦਾ ਹੈ, ਇਹ ਕੰਪਰੇਡੋਰ ਦਾ। ਲੱਗਦਾ ਨਹੀਂ ਤੁਹਾਡੀ ਲੈਫਟ ਸੋਚ ਨੂੰ ਅਰਵਿੰਦ ਕੇਜਰੀਵਾਲ ਤੋਂ ਸਬਕ ਲੈਣਾ ਚਾਹੀਦਾ? ਨਹੀਂ, ਅਰਵਿੰਦ ਕੇਜਰੀਵਾਲ ਨਾ ਤਾਂ ਨਹੀਂ, ਮੇਰੇ ਅਰਵਿੰਦ ਕੇਜਰੀਵਾਲ ਤਾਂ ਜਿਵੇਂ ਮਰਜ਼ੀ ਹੈ ਉਹਨੇ ਲੈਫਟ, ਜਿਵੇਂ ਮਰਜ਼ੀ ਹੈ ਉਹਨੇ ਲੈਫਟ ਦਾ ਇੱਕ ਬਹੁਤ ਵੱਡੀ ਸਪੇਸ ਜਿਹੜੀ ਹੈ ਜਿੱਦਾਂ ਮਰਜ਼ੀ ਹੈ ਕੈਪਚਰ ਤੇ ਕੀਤੀ ਨਾ ਜੀ। ਉਹ ਦੇਖੋ, ਉਹ ਜਸਟ ਕਿ ਜਿਸ ਤਰ੍ਹਾਂ ਤਰਲੋਚਨ ਜੀ ਪੰਜਾਬ 'ਚ ਅੰਮ੍ਰਿਤਪਾਲ ਲੈ ਗਿਆ, ਇਸ ਤਰ੍ਹਾਂ ਕਰਕੇ ਹੀ ਉਹ ਮਤਲਬ ਕਿ ਕੇਜਰੀਵਾਲ ਵੀ, ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਹੁਣ ਉਹ ਨਹੀਂ ਗ੍ਰਾਫ ਰਿਹਾ ਜਿਹੜਾ 92 ਵਾਲਾ ਜਦੋਂ ਚੋਣਾਂ ਹੋਈਆਂ ਨੇ। ਮੇਰੇ ਹੁਣ ਆਸ ਤੇ ਆਓ, ਕਿੰਨੀ ਕਾਸ ਹੈ ਟ੍ਰੇਡ ਯੂਨੀਅਨ ਦਾ, ਫਿਰ ਉਹ ਜਲੋ ਆਪਾਂ ਦੇਖਾਂਗੇ। ਮੈਂ ਇਹ ਕਹਿਣਾ, ਜਿਹੜਾ ਮੈਂ ਤੁਹਾਡਾ ਪ੍ਰਸ਼ਨ ਸੀ ਮੇਰੇ, ਜਿਹੜਾ ਪਤਾ ਨਹੀਂ ਉਹ ਪੂਰਾ ਹੁੰਦਾ ਹੈ, ਮੈਂ ਕਹਿਣਾ ਕਿ ਇਹ ਜਿਹੜੇ ਪ੍ਰੋਗਰਾਮ ਲੱਗ ਨੇ, ਇਹਨਾਂ ਨੂੰ ਰੱਖਿਆ ਜੇ ਆਪਣੇ ਆਪਣੇ ਕੋਲੇ ਬਸਤੇ 'ਚ, ਜੇਬਾਂ 'ਚ ਪਾ ਲਓ ਇਹਨਾਂ ਨੂੰ, ਠੀਕ ਹੈ ਜੀ। ਲੇਕਿਨ ਇੱਕ ਤਾਂ ਸਿਰ ਤਾਂ ਜੋੜੋ, ਕਿਸ ਗੱਲ ਤੇ ਸਿਰ ਜੋੜੋ? ਮਹਿੰਗਾਈ ਤੇ ਜੋੜ ਲਓ, ਬੇਰੁਜ਼ਗਾਰੀ ਤੇ ਜੋੜ ਲਓ, ਅਨਪਲਾਇਮੈਂਟ ਤੇ। ਮੈਂ ਕਿਹਾ ਕਿੰਨੇ ਇਸ਼ੂਜ਼ ਨੇ। ਆ ਅਡਾਨੀ ਵਾਲੀ ਇਸ਼ੂ ਤੇ ਸਾਨੂੰ ਕੀ ਸਮੱਸਿਆ, ਮੈਨੂੰ ਕੀ ਸਮੱਸਿਆ ਅਡਾਨੀ ਵਾਲੇ ਇਸ਼ੂ ਦੇ ਉੱਤੇ, ਕਿਸੇ ਵੀ ਲੈਫਟ ਪਾਰਟੀ ਨੂੰ ਕੀ ਸਮੱਸਿਆ? ਹੁਣ ਤੁਹਾਨੂੰ ਬੈਂਕ ਮੁਲਾਜ਼ਮਾਂ ਦੇ ਲੀਡਰ ਨੂੰ ਬੁਲਾਉਂਦੇ ਆ ਜਿਨ੍ਹਾਂ ਨੇ ਤਕਰੀਬਨ 40-42 ਸਾਲ ਅਗਵਾਈ ਕੀਤੀ ਹੈ, ਪਹਿਲਾਂ ਵਰਕਿੰਗ ਮੁਲਾਜ਼ਮਾਂ ਦੀ ਤੇ ਫਿਰ ਰਿਟਾਇਰੀ ਮੁਲਾਜ਼ਮਾਂ ਦੀ। ਮੇਰੀ ਮੁਰਾਦ ਹੈ ਸੱਜਣ ਸਿੰਘ ਜੀ। ਬੈਂਕ ਦੀ ਨੌਕਰੀ ਕਹਿੰਦੇ ਬੜੀ ਕਮਾਲ ਦੀ ਹੁੰਦੀ, ਬੜੀ ਸ਼ਾਹੀ ਨੌਕਰੀ ਹੁੰਦੀ ਹੈ, ਤਨਖਾਹਾਂ ਬਹੁਤ ਮਿਲਦੀਆਂ, ਖੀਸੇ ਭਰ ਜਾਂਦੇ ਨੋਟਾਂ ਨਾਲ। ਪਰ ਨਾਲ ਦੀ ਨਾਲ ਨਿੱਤ ਦਿਨ ਇਦਾਂ ਦੀਆਂ ਖਬਰਾਂ ਵੀ ਆਉਂਦੀਆਂ ਵੀ ਬੈਂਕ ਮੁਲਾਜ਼ਮ 4 ਦਿਨ ਦੀ ਹੜਤਾਲ ਕਰਨਗੇ, 2 ਦਿਨ ਦੀ ਹੜਤਾਲ ਕਰਨਗੇ। ਅਕਸਰ ਤੁਹਾਡੇ ਨਾਅਰੇ ਸੁਣੀਦੇ ਆ, ਕੀ ਚੱਲਦਾ ਹੈ? ਦੇਖੋ, ਮੈਂ ਜਦੋਂ ਬੈਂਕਿੰਗ ਇੰਡਸਟਰੀ 'ਚ ਆਇਆ 1980 ਦਾ ਦੌਰ ਸੀ ਜੀ। ਪਹਿਲੀ ਤੇ ਗੱਲ ਇਹ ਹੈ ਕਿ ਮੈਂ ਉਹਨਾਂ ਪੁਰਾਣੇ ਮੇਰੇ ਲੀਡਰਾਂ ਦਾ ਧੰਨਵਾਦ ਹਾਂ ਜਿਨ੍ਹਾਂ ਨੇ ਸਾਨੂੰ ਇਸ ਪੋਜੀਸ਼ਨ 'ਚ ਲਿਆ ਕੇ ਖੜਾ ਕੀਤਾ।
ਬੈਂਕਿੰਗ ਇੰਡਸਟਰੀ ਇੱਕ ਐਸੀ ਇੰਡਸਟਰੀ ਹੈ ਜਿਹਨ ਬਹੁਤ ਸਟਰਗਲ ਕੀਤਾ। ਜਦੋਂ 1969 ਦੇ ਵਿੱਚ ਨੈਸ਼ਨਲਾਈਜੇਸ਼ਨ ਹੁੰਦੀ ਹੈ ਬੈਂਕਾਂ ਦੀ, ਉਸ ਤੋਂ ਬਾਅਦ ਦਾ ਜਿਹੜਾ ਦੌਰ ਹੈ ਉਹ ਡਿਫਰੈਂਟ ਹੈ, ਉਸ ਤੋਂ ਪਹਿਲਾ ਦੌਰ ਹੈ ਉਹ ਡਿਫਰੈਂਟ ਹੈ। ਉਸ ਤੋਂ ਪਹਿਲੇ ਦੌਰ ਵਾਲੇ ਜਿਨ੍ਹਾਂ ਦੇ ਨੇਤਾ ਪਰਵਾਨਾ ਵਰਗੇ, ਡੀਪੀ ਚੱਡਾ ਵਰਗੇ ਸੀਗੇ ਜੀ, ਉਹਨਾਂ ਲੋਕਾਂ ਨੇ ਬਹੁਤ ਵੱਡੇ ਕਸ਼ਟ ਝੱਲੇ, ਟਰਮੀਨੇਸ਼ਨਾਂ ਫੇਸ ਕੀਤੀਆਂ, ਸਭ ਕੁਝ ਕੀਤਾ। ਲੇਕਿਨ ਅਸੀਂ ਪਹਿਲੇ ਬੈਚ ਹਾਂ ਜਿਹਦੇ ਵਿੱਚ ਗਵਰਨਮੈਂਟ ਸੈਕਟਰ ਦੇ ਵਿੱਚ ਅਸੀਂ ਟੈਸਟ ਦਿੱਤਾ ਤੇ ਬੈਂਕਾਂ 'ਚ ਆ ਗਏ। ਅਸੀਂ ਚੰਗੇ ਦੌਰ ਚ ਆਏ। ਚੰਗੇ ਦੌਰ 'ਚ ਆਏ ਔਰ ਟੋਟਲੀ ਆਪਣੀ ਮੈਰਿਟ ਬੇਸਡ ਆਏ। ਜਿਵੇਂ ਪਹਿਲਾਂ ਪ੍ਰਾਈਵੇਟ ਬੈਂਕਾਂ 'ਚ ਸਿਫਾਰਸ਼ਾਂ ਚੱਲਦੀਆਂ ਸੀਆਂ ਕਿਸੇ ਪਾਰਟੀਕੂਲਰ ਵਰਗ ਨੂੰ, ਪੰਜਾਬ ਐਂਡ ਸਿੰਧ ਬੈਂਕ 'ਚ ਇੱਕ ਵਰਗ ਨੂੰ, PNB 'ਚ ਕਿਸੇ ਹੋਰ ਵਰਗ ਨੂੰ, ਮਹਾਰਾਸ਼ਟਰ ਬੈਂਕ 'ਚ ਕਿਸੇ ਹੋਰ ਵਰਗ ਨੂੰ, ਗੁਜਰਾਤ ਵਾਲੇ 'ਚ ਕਿਸੇ ਹੋਰ ਵਰਗ ਨੂੰ, ਆਪਣੇ ਲੋਕਾਂ ਨੂੰ ਪ੍ਰੈਫਰੈਂਸ ਦਿੰਦੇ ਸੀਗੇ। ਇਦਾਂ ਚੱਲਦਾ ਸੀ, ਬਿਲਕੁਲ ਚੱਲਦਾ ਸੀ, 100% ਚੱਲਦਾ ਸੀਗਾ। ਲੇਕਿਨ ਇਸ ਦੌਰ ਦੇ ਵਿੱਚ ਆ ਕੇ ਕਰੀਮ ਆਈ ਬੈਂਕਾਂ ਦੇ ਵਿੱਚ ਤੇ ਓਨਲੀ ਪਿਓਰਲੀ ਮੈਰਿਟ ਬੇਸਿਸ। ਉਸ ਤੋਂ ਬਾਅਦ ਅਸੀਂ ਇਹ ਮਹਿਸੂਸ ਕੀਤਾ, ਦੇਖਿਆ ਉਹਦੇ ਵਿੱਚ ਕੀ ਉਣਤਾਈਆਂ ਨੇ, ਕਿੱਥੇ ਅਸੀਂ ਖੜੇ ਹਾਂ, ਸਾਡਾ ਬੇਸ ਸਟਰਕਚਰ ਕਿੱਥੇ ਹੈ। ਅਸੀਂ ਉਸ ਦੌਰ ਦੇ ਵਿੱਚ ਆ ਕੇ ਟ੍ਰੇਡ ਯੂਨੀਅਨ 'ਚ ਐਂਟਰ ਕੀਤਾ ਹੈ ਤੇ ਮੇਰਾ ਖਿਆਲ ਹੈ ਕਿ ਕੋਈ ਵੀ ਇੱਕ ਵੀ ਐਸੀ ਸਟ੍ਰਾਈਕ ਮੈਂ ਆਪਣੇ ਕੈਰੀਅਰ ਦੇ ਵਿੱਚ ਇੱਦਾਂ ਦੀ ਨਹੀਂ ਦੇਖੀ ਜਿਹਦੇ ਉੱਤੇ ਅਸੀਂ ਕੋਈ ਬਿਲਕੁਲ ਨਿਰੋਲ ਪਰਸਨਲ ਮੁੱਦਿਆਂ ਦੀ ਕੀਤੀ ਹੋਵੇ। ਉਹਦੇ 'ਚ ਮੈਕਸਿਮਮ ਇਨਵੋਲਵਮੈਂਟ ਲੋਕਾਂ ਨਾਲ ਜੁੜੇ ਮੁੱਦਿਆਂ ਦੀ ਰਹੀ ਹੈ। ਲੋਕਾਂ ਨਾਲ ਕਿ ਬੈਂਕ ਮੁਲਾਜ਼ਮਾਂ ਨਾਲ? ਬੈਂਕ ਮੁਲਾਜ਼ਮਾਂ ਦੇ ਨਾਲੋਂ ਵੀ ਜ਼ਿਆਦਾ ਲੋਕਾਂ ਦੇ ਮੁੱਦੇ। ਉਹ ਕਿਵੇਂ? ਉਹ ਮੈਂ ਦੱਸਦਾ। ਜੋ ਪ੍ਰਾਇਰਟੀ ਸੈਕਟਰ ਦਾ ਦੌਰ ਚੱਲਿਆ, ਜੋ ਬੈਂਕਾਂ ਦੇ ਵਿੱਚੋਂ ਪਬਲਿਕ ਨੂੰ ਜੋ ਲੋਨ ਹੋਏ ਨੇ ਉਹ ਪਬਲਿਕ ਸੈਕਟਰ ਬੈਂਕਾਂ ਨੇ ਹੀ ਦਿੱਤੇ ਨੇ। ਇਸ ਦੇਸ਼ ਦੇ ਵਿੱਚ ਇੰਦਰਾ ਗਾਂਧੀ 2 ਟਰਮਾਂ ਰਾਜ ਕਰ ਗਈ। ਨੈਸ਼ਨਲਾਈਜੇਸ਼ਨ ਆਫ ਬੈਂਕਸ ਔਰ ਪ੍ਰੀਵੀ ਪਰਚੇਸ ਦਾ ਬੰਦ ਕਰਨਾ, ਉਹਦੇ ਵਿੱਚ ਬੈਂਕ ਇੰਡਸਟਰੀ ਦੀਆਂ ਟ੍ਰੇਡ ਯੂਨੀਅਨ ਦਾ ਬਹੁਤ ਵੱਡਾ ਰੋਲ ਹੈ। ਓਕੇ, ਅਸੀਂ ਉਸ ਪਾਸੇ ਵੱਲੋਂ ਵਧੇ ਹਾਂ। ਟੋਟਲ ਕਿੰਨੇ ਕੁ ਇੰਪਲਾਈ ਹੋਣਗੇ ਇੰਡੀਆ 'ਚ ਬੈਂਕ ਇੰਪਲਾਈ? ਬੈਂਕ ਇੰਪਲਾਈ ਇਸ ਵੇਲੇ ਹੋਏਗਾ 7 ਲੱਖ ਦੇ ਆਸ-ਪਾਸ। ਓਕੇ, ਇੰਨਾ ਕੁ ਹੀ ਇਸ ਵੇਲੇ ਰਿਟਾਇਰੀ ਵੀ ਹੈ। ਇੰਨਾ ਕੁ ਲਗਭਗ ਇਹਦੇ ਆਸ-ਪਾਸ ਰਿਟਾਇਰੀ ਵੀ ਹੈ। ਜੀ 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 ਜੀ, ਪੈਨਸ਼ਨ ਤੇ ਤੇ ਹਾਂ। ਯੈਸ, ਅਸੀਂ ਉਹ ਦੌਰ ਵੀ ਦੇਖਿਆ ਤੇ ਅੱਜ ਜਿਸ ਦੌਰ 'ਚ ਤੁਸੀਂ ਅੱਜ ਦੇ ਦਿਨ 'ਚ ਤੁਸੀਂ ਜੋ ਗੱਲ ਕਰਦੇ ਆ, ਉਹ ਦੌਰ ਵੀ ਉਨਾ ਹੀ ਖਤਰਨਾਕ ਪਿੱਛੇ ਨੂੰ ਮੁੜ ਗਿਆ ਜਿੰਨਾ ਲੋਕਾਂ ਦੀਆਂ ਸਟਰਗਲ ਦੇ ਨਾਲ ਪ੍ਰਾਪਤੀਆਂ ਸਾਡੀਆਂ ਹੋਈਆਂ ਸਨ। ਪੈਨਸ਼ਨ ਗਈ। ਓਕੇ, ਜਿਹੜੇ ਅਦਰ ਬੈਨੀਫਿਟਸ ਹੈਗੇ ਆ, ਪੈਨਸ਼ਨ ਨਹੀਂ ਮਿਲਦੇ ਹੁਣ ਬੈਂਕ ਇੰਪਲਾਈ? NPS ਆ ਗਈ, ਨਿਊ ਪੈਨਸ਼ਨ ਸਕੀਮ ਆ ਗਈ ਉਹਨਾਂ ਨੂੰ। ਸਾਡੇ ਵਾਲੀ 올ਡ ਪੈਨਸ਼ਨ ਸਕੀਮ ਉਹੀ 1 ਜਨਵਰੀ 2004 ਤੋਂ? ਹਾਂ, ਬਸ ਉਸੇ ਦੌਰ ਦੇ ਵਿੱਚੋਂ ਉਹਦੇ ਵਿੱਚ ਆ ਗਿਆ। ਜੋ NPS ਬਾਕੀ ਦੂਜੇ ਅਦਾਰਿਆਂ 'ਚ ਲਾਗੂ ਹੋ ਰਹੀ ਹੈ ਉਹੀ ਸਾਡੀ ਹੈ। ਇਹ ਤਾਂ ਬਹੁਤ ਵੱਡਾ ਕੁਹਾੜਾ ਵੱਜਾ। ਬਹੁਤ ਵੱਡਾ। ਇੱਕ ਦੂਜਾ, ਅਸੀਂ ਰਿਟਾਇਰੀ ਹਾਂ, ਸਾਡੇ ਬੈਂਕਾਂ ਦੇ ਵਿੱਚ ਕਦੀ ਪੈਨਸ਼ਨ ਅਪਡੇਟ ਨਹੀਂ ਹੁੰਦੀ। ਓਕੇ, ਰਿਵਾਈਜ਼ ਨਹੀਂ ਹੁੰਦੀ। ਜਿਸ ਤਰ੍ਹਾਂ ਸੈਂਟਰਲ ਦਾ ਕਮਿਸ਼ਨ ਲਾਗੂ ਹੁੰਦਾ, ਪੈਨਸ਼ਨਰ ਦੀ ਵੀ ਰਿਵਾਈਜ਼ ਹੁੰਦੀ, ਬੈਂਕਾਂ 'ਚ ਨਹੀਂ ਹੁੰਦੀ। ਕਿਵੇਂ ਫਿਰ ਵਾਧਾ ਕਿਵੇਂ ਹੁੰਦਾ? ਸਿਰਫ DA, ਸਧਾਰਨ DA ਜੋ ਮਹਿੰਗਾਈ ਭੱਤਾ ਮਿਲਦਾ। ਰਿਵੀਜ਼ਨ ਸਾਰੀ ਉਮਰ ਹੋਣੀ ਨਹੀਂ ਹੋਣੀ। ਉਹਦੀ ਚੱਲ ਰਹੀ ਹੈ ਲੜਾਈ, ਉਹਦੀ ਬੜੀ ਵੱਡੀ ਲੜਾਈ ਚੱਲ ਰਹੀ ਹੈ ਇਸ ਵੇਲੇ ਹਿੰਦੁਸਤਾਨ ਪੱਧਰ ਦੇ ਉੱਤੇ। ਉਹ ਵੀ ਜਸਟੀਫਾਈ ਹੈ ਕਿ ਸਾਡੇ ਹੀ ਫੰਡ ਪਏ ਨੇ ਜਿਹਦੇ ਵਿੱਚੋਂ ਅਸੀਂ ਮੰਗ ਕਰ ਰਹੇ ਹਾਂ। ਓਕੇ, ਇਹ ਪਹਿਲੂ ਹੈ ਇੱਕ ਤਾਂ ਬੈਂਕਿੰਗ ਇੰਡਸਟਰੀ ਨਾਲ ਜੁੜਿਆ ਹੋਇਆ। ਤੇ ਅਸੀਂ ਆਈਸੋਲੇਸ਼ਨ 'ਚ ਕਦੇ ਨਹੀਂ ਦੇਖਦੇ। ਤੁਸੀਂ ਟ੍ਰੇਡ ਯੂਨੀਅਨ ਦੀ ਗੱਲ ਕਰਦੇ ਹੋ, ਟ੍ਰੇਡ ਯੂਨੀਅਨ ਇਨ ਆਈਸੋਲੇਸ਼ਨ 'ਚ ਨਹੀਂ ਚੱਲ ਸਕਦੀ। ਸਾਨੂੰ ਸਮਾਜ ਦੇ ਦੂਜੇ ਵਰਗਾਂ ਦਾ ਵੀ ਨਾਲ ਕੈਰੀ ਕਰਨਾ ਪਏਗਾ, ਦੇਖਣਾ ਪਏਗਾ। ਜੀ ਜੀ ਜੀ, ਵੱਡੀ ਗੱਲ। ਅੱਜ ਮੈਂ ਲੇਬਰ ਕੋਰਟ 'ਚ ਜਾਣਾ, ਇੱਕ ਮੈਨੂੰ ਨੌਲੇਜ ਆ ਜਿੰਨੀ ਕੁ ਵੀ ਹੈਗੀ ਹੈ, ਉਹਦੇ ਬੇਸ ਦੇ ਉੱਤੇ ਜਦੋਂ ਮੈਂ ਜਾਣਾ ਤੇ ਮੈਂ ਲੇਬਰ ਕਲਾਸ ਦੀ ਹਾਲਤ ਦੇਖ ਰਿਹਾ। ਦੇਖੋ, ਇੱਕ ਸਾਡੇ 'ਚ ਕੰਟਰੈਕਟ ਐਕਟ ਇੱਕ ਬਣਿਆ ਸੀ। ਕੰਟਰੈਕਟ ਐਕਟ ਦੇ ਅਧੀਨ ਭਰਤੀ ਲੱਗ ਪਈ ਹੋ। ਕੰਟਰੈਕਟ ਐਕਟ ਸਪੈਸੀਫਾਈ ਕਰਦਾ ਕਿ ਦੈਟ ਇਜ਼ ਟਾਈਮ ਗੈਪ ਅਰੇਂਜਮੈਂਟ, ਨਾਟ ਫॉर ਪਰਮਾਨੈਂਟ। ਜੀ 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 ਜੀ, ਪਰ ਇਹਨੂੰ ਪਰਮਾਨੈਂਟ ਬਣਾਤਾ। ਹੁਣ ਤਾਂ ਗੱਲ ਉਸ ਤੋਂ ਵੀ ਅੱਗੇ ਚਲੇ ਗਈ। ਕੰਟਰੈਕਟ ਤੇ ਵੀ ਗੱਲ ਛੱਡੋ, ਹੁਣ ਤੇ ਆਊਟਸੋਰਸ ਕਰ ਦਿੱਤਾ ਸਭ ਕੁਝ। ਹੁਣ ਤੇ ਬੰਦੇ ਕਿਰਾਏ ਤੇ ਲਿਆ ਕੇ ਦਿੱਤੇ ਜਾਂਦੇ। ਬਿਲਕੁਲ ਬਿਲਕੁਲ। ਅਸੀਂ ਅਲਾਂਟੇ ਮਾਲ ਦੀ ਗੱਲ ਚੱਲ ਰਹੀ ਸੀ, ਅਸੀਂ ਉੱਥੇ ਯੂਨੀਅਨ ਬਣਾਈ। ਓਕੇ, ਲੋਕ ਸਾਡੇ ਨਾਲ ਜੁੜੇ, ਅਸੀਂ ਉਹਨਾਂ ਨੂੰ ਸਮਝਾਇਆ, ਉਹਦੇ ਰਾਈਟ ਸਮਝਾਏ, ਸਭ ਕੁਝ ਕੀਤਾ। ਜਿਸ ਦਿਨ ਇਹ ਪਤਾ ਲੱਗ ਗਿਆ ਕਿ ਇੱਥੇ ਯੂਨੀਅਨ ਬਣ ਗਈ ਹੈ, 2 ਮਹੀਨੇ ਨਹੀਂ ਲੱਗੇ ਜਦੋਂ ਲੋਕਾਂ ਨੂੰ ਛੰਟ ਆਊਟ ਕਰ ਦਿੱਤਾ। ਜਿਹੜੇ ਯੂਨੀਅਨ ਦੇ ਨਾਲ ਜੁੜੇ ਸੀ। ਬਿਲਕੁਲ। ਇਸ ਵੇਲੇ ਸਭ ਤੋਂ ਵੱਡਾ ਦੁਖਾਂਤ ਇਹ ਬਣ ਰਿਹਾ, ਜਿੱਥੇ ਜਿੱਥੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ, ਲੋਕ ਬੱਚੇ, ਨਵੇਂ ਬੱਚੇ ਆਊਟਸੋਰਸ ਨੇ ਜਾਂ ਕੰਟਰੈਕਟ ਤੇ ਨੇ।
ਉਹਨਾਂ ਨੂੰ ਆਪਣੀ ਸਰਵਿਸ ਸਿਕਿਉਰਿਟੀ ਨਹੀਂ ਹੈ। ਮੈਂ ਉਸ ਤੋਂ ਵੱਡੀ ਗੱਲ ਕਹਿਣੀ ਚਾਹੁੰਦਾ, ਮੈਂ ਜਦੋਂ ਪੰਜਾਬ ਦੇ ਸੰਦਰਭ 'ਚ ਕਿਤੇ ਡਿਸਕਸ਼ਨ ਕਰਦਾ ਆਊਟਸੋਰਸ, ਠੇਕਾ, ਡੇਲੀ ਵੇਜ, ਵਰਕ ਚਾਰਜ ਇੰਪਲਾਈ ਦੀ, ਤੇ ਮੈਂ ਕਹਿੰਦਾ ਹੁੰਦਾ ਇਹ ਜਿਉਂਦੀਆਂ ਲਾਸ਼ਾਂ ਨੇ। ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਅੱਜ ਵੀ ਇਦਾਂ ਦੇ ਨੇ ਜਿਨ੍ਹਾਂ ਨੂੰ 6000 ਰੁਪਇਆ ਤਨਖਾਹ ਮਿਲਦੀ, ਹਜ਼ਾਰਾਂ ਮੁਲਾਜ਼ਮ ਇਦਾਂ ਦੇ ਨੇ ਜਿਨ੍ਹਾਂ ਨੂੰ 10000 ਰੁਪਇਆ ਮਹੀਨਾ ਤਨਖਾਹ ਮਿਲਦੀ, ਹਜ਼ਾਰਾਂ ਇਦਾਂ ਦੇ ਨੇ ਜਿਨ੍ਹਾਂ ਨੂੰ 15000 20000 ਰੁਪਇਆ ਤਨਖਾਹ ਮਿਲਦੀ 18 20 ਸਾਲਾਂ ਤੋਂ। ਜਿਉਂਦੀਆਂ ਲਾਸ਼ਾਂ ਮੈਂ ਇਹ ਕਹਿੰਦਾ ਵੀ 10000 ਰੁਪਏ ਨਾਲ ਕੋਈ ਆਪਣੀ ਜ਼ਿੰਦਗੀ ਤੋਰ ਸਕਦਾ? ਨਹੀਂ ਤੋਰ ਸਕਦਾ, ਤੇ ਇਹਦਾ ਮਤਲਬ ਤਾਂ ਜਿਉਂਦਾ ਹੀ ਮਰਿਆ। ਬਿਲਕੁਲ, ਇਸ ਤੋਂ ਵੀ ਅੱਗੇ ਹੈ। ਦੇਸ਼ ਦੀ ਇਕਨੋਮੀ ਦਾ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਸਰਕੂਲੇਸ਼ਨ ਆਫ ਮਨੀ ਹੈ ਜੀ। ਮੈਂ ਇਕਨੋਮਿਕਸ ਦਾ ਇਹ ਸਟੂਡੈਂਟ ਵੱਡੀ ਹਾਂ। ਗੱਲ ਹੈ, ਹਾਂ। ਇੱਕ ਉਹ ਮੇਰੀ ਪਰਚੇਜ਼ਿੰਗ ਪਾਵਰ ਮੇਰੀ ਪਾਕਟ ਦੇ ਵਿੱਚ ਆ ਕੀ ਰਿਹਾ, ਮੈਂ ਉਹਦੇ ਅਕੋਰਡਿੰਗਲੀ ਪਰਚੇਜ਼ਿੰਗ ਕਰਨੀ ਹੈ। ਮੇਰੀ ਕਪੈਸਿਟੀ ਰੋਟੀ ਖਾਣ ਜੋਗੀ ਹੈ, ਜਾਂ ਅੱਗੇ ਸਾਈਕਲ ਖਰੀਦਣ ਜੋਗੀ ਹੈ, ਜਾਂ ਉਸ ਤੋਂ ਅੱਗੇ ਸਕੂਟਰ ਤੇ ਜਾਣ ਦੀ ਹੈ, ਜਾਂ ਮੈਂ ਕਾਰ ਖਰੀਦ ਸੋਚ ਸਕਦਾ ਕਿ ਨਹੀਂ ਸੋਚ ਸਕਦਾ। ਕਿਉਂ ਇਕਨੋਮੀ ਕਿਵੇਂ ਚੱਲੇਗੀ ਜੀ, ਪ੍ਰੋਡਕਸ਼ਨ ਕਿਵੇਂ ਹੋਏਗਾ? ਇਸ ਵੇਲੇ ਦੇਸ਼ ਦੇ ਵਿੱਚ ਸਪਲਾਈ ਦੀ ਸਮੱਸਿਆ ਨਹੀਂ ਹੈ, ਡਿਮਾਂਡ ਦੀ ਸਮੱਸਿਆ ਹੈ। ਡਿਮਾਂਡ ਨਹੀਂ ਕ੍ਰੀਏਟ ਹੋ ਰਹੀ, ਇਹ ਸਭ ਤੋਂ ਵੱਡਾ ਦੁਖਾਂਤ ਹੈ। UNO ਦੀ ਫਿਗਰ ਹੋਈ ਹੈ 3 ਦਿਨ ਪਹਿਲਾਂ ਜਾਰੀ ਹੋਈ ਹੈ ਜੀ। ਇੰਡੀਆ ਦੇ ਵਿੱਚ ਪਰ ਮੰਥ ਸੈਲਰੀ $95 ਨਿਕਲੀ ਹੈ। 71-7200 ਰੁਪਈਆ ਬਣਦਾ। ਪਾਕਿਸਤਾਨ ਨੂੰ ਅਸੀਂ ਰੱਜ ਕੇ ਭੰਡਦੇ ਹਾਂ, ਉਹਨਾਂ ਦੀ ਵੀ 111 ਹੈ। ਦੁਨੀਆ ਦੇ ਵਿੱਚ ਇੱਕ ਕੰਟਰੀ ਹੈ ਨਾਈਜੀਰੀਆ ਜਿਹਦੀ ਸਾਤੋਂ ਘੱਟ ਹੈ। ਬਾਕੀ ਦੁਨੀਆ ਦੇ ਵਿੱਚ ਅਸੀਂ ਕਿੱਥੇ ਖੜੇ ਆ ਤੁਸੀਂ ਅੰਦਾਜ਼ਾ ਲਗਾ ਸੱਜਣ ਸਿੰਘ ਜੀ, ਗੱਲ ਜੁੜ ਜਾਂਦੀ ਨਾਲ। ਮੈਂ ਜਦੋਂ ਪੰਜਾਬੀ ਟ੍ਰਿਬਿਊਨ 'ਚ ਸੀ ਇੱਕ ਮੈਂ ਆਰਟੀਕਲ ਲਿਖਿਆ, ਉਹ ਮਿਡਲ ਪੀਸ ਕਹਿੰਦੇ, ਉਹਦੇ ਥੱਲੇ ਨਾ ਜਿਹੜਾ ਲਿਖਦਾ ਉਹਦਾ ਫੋਨ ਨੰਬਰ ਵੀ ਹੁੰਦਾ, ਮੇਰਾ ਫੋਨ ਨੰਬਰ ਵੀ ਸੀ। ਮੈਂ ਲਿਖਿਆ ਸੀ ਵੀ ਪੰਜਾਬ ਸਾਰਾ ਪ੍ਰਵਾਸ ਕਰ ਰਿਹਾ, ਪੰਜਾਬ ਕਿਤੇ ਖਾਲੀ ਨਾ ਹੋ ਜੇ, ਪੰਜਾਬ ਕਿਤੇ ਬਿਰਧ ਆਸ਼ਰਮ ਨਾ ਬਣ ਜੇ। ਤੇ ਮੈਨੂੰ ਇੱਕ ਸਧਾਰਨ ਬੰਦੇ ਦਾ ਫੋਨ ਆਇਆ, ਕਹਿੰਦਾ ਤਰਲੋਚਨ ਸਿੰਘ ਹੱਲ ਮੇਰੇ ਕੋਲ ਹੈਗਾ। ਮੈਂ ਕਿਹਾ ਤੂੰ ਦੱਸ ਲੈ, ਤੂੰ ਕਿੰਨਾ ਕੁ ਸਿਆਣਾ। ਕਹਿੰਦਾ ਜੇ ਕੈਨੇਡਾ ਅਮਰੀਕਾ ਵਾਂਗ ਭਾਰਤ ਦੀਆਂ ਸਰਕਾਰਾਂ ਮਿਨੀਮਮ ਵੇਜ ਫਿਕਸ ਕਰ ਦੇਣ, ਫੈਕਟਰੀ ਦੀ ਸ਼ੋਰੂਮਾਂ 'ਚ ਕੰਮ ਕਰਦਿਆਂ ਦੀ, ਤੇ 50% ਪ੍ਰਵਾਸ ਰੁਕ ਜੇ, ਕੀ ਇਹ ਸੱਚ ਹੈ? ਬਿਲਕੁਲ ਸੱਚ ਹੈ। ਜਿੱਥੇ ਮੈਂ ਤੁਹਾਨੂੰ ਦੱਸ ਰਿਹਾ ਕਿ $95 US ਸਾਡੀ ਮਿਨੀਮਮ ਵੇਜ ਹੈ, ਕੈਨੇਡਾ ਦੀ $1550 US ਹੈ, USA ਦੀ $1560 US ਹੈ, ਆਸਟ੍ਰੇਲੀਆ ਦੀ 2022 ਹੈ। ਤੁਸੀਂ ਗੈਪ ਦੇਖੋ, ਕਿਉਂ ਨਾ ਜਹਾਜ਼ ਭਰ ਜਾਣ, ਕਿਉਂ ਨਾ ਜਾਣ ਉਹ। ਮੈਂ ਕਹਿੰਦਾ ਕੰਮ ਉਹੀ ਕਰਦੇ ਨੇ, ਉਹਨਾਂ ਨੂੰ ਝਾੜੂ ਵੀ ਲਾਣਾ ਪੈਂਦਾ, ਫੈਕਟਰੀ 'ਚ ਵੀ ਕੰਮ ਕਰਨਾ ਪੈਂਦਾ, ਪਲੰਬਰ ਦਾ ਵੀ ਕੰਮ ਕਰਨਾ ਪੈਂਦਾ। ਉਹਨਾਂ ਦੀ ਵੇਜ ਤਾਂ ਦੇਖੋ ਨਾ, ਉਹ ਜ਼ਿੰਦਗੀ ਦਾ ਜੀ ਰਹੇ ਨੇ। ਜੀ ਜੀ। 7,500 ਦੇ ਨਾਲ ਸਾਡਾ ਵਰਕਰ ਕਿੱਥੇ ਜਾਏਗਾ? ਉਹਦੀ ਸੈਲਰੀ ਦੇਖੋ ਨਾ ਕਿੱਥੇ ਖੜਾ ਹੋ। ਦੂਸਰਾ, ਉੱਥੇ ਸਿਸਟਮ ਵਰਕ ਕਰਦਾ, ਸਾਡਾ ਸਿਸਟਮ ਟੁੱਟ ਗਿਆ। ਸਾਡਾ ਸਿਸਟਮ ਨਹੀਂ ਇਸ ਵੇਲੇ ਚੱਲ ਰਿਹਾ। ਕਰਪਸ਼ਨ ਉੱਪਰ ਤੋਂ ਥੱਲੇ ਤੱਕ ਜਿਹੜੀ ਐਡੀ ਘਰ ਕਰ ਗਏ, ਚਾਹੇ ਜੋ ਮਰਜ਼ੀ ਕਹੇ, ਜਿਹੜੀ ਮਰਜ਼ੀ ਸਰਕਾਰ ਹੋਵੇ, ਮੌਜੂਦਾ ਪੰਜਾਬ ਸਰਕਾਰ ਵੀ ਇਹ ਗੱਲ ਕਹੇ, ਕਰਪਸ਼ਨ ਦਾ ਕਿਤੇ ਨਹੀਂ ਰੁਕੀ ਹੋਈ। ਸੱਜਣ ਸਿੰਘ ਜੀ ਬੜੀਆਂ ਸੋਹਣੀਆਂ ਗੱਲਾਂ ਕਰ ਰਹੇ ਨੇ, ਗੱਲ ਤੋੜਨੀ ਪੈਣੀ, ਕਿਤੇ ਆਪਾਂ ਫਿਰ ਖੁੱਲੀ ਗੱਲਬਾਤ ਕਰਾਂਗੇ। ਅਖੀਰਲਾ ਸਵਾਲ ਇਹ ਹੈ ਵੀ ਤੁਸੀਂ ਦੁਖਾਂਤ ਟ੍ਰੇਡ ਯੂਨੀਅਨ ਦਾ ਦੱਸਿਆ, ਕਿਵੇਂ ਵਰਕਰਾਂ ਦੀ ਲੁੱਟ ਹੋ ਰਹੀ ਹੈ। ਕਿਤੇ ਲੱਗਦਾ ਵੀ ਉਹ ਦਿਨ ਆਊਗਾ ਸੱਜਣ ਸਿੰਘ ਹੋਣਾ ਦੇ, ਗਰੇਵਾਲ ਸਾਹਿਬ ਦੇ, ਦੇਵੀ ਦਿਆਲ ਹੋਣਾ ਦੇ, ਰਣਜੀਤ ਹੰਸ ਹੋਣਾ ਦੇ ਨਾਅਰੇ ਇੰਨੇ ਮਜ਼ਬੂਤ ਹੋ ਜਾਣਗੇ ਵੀ ਘੱਟੋ ਘੱਟ ਮਜ਼ਦੂਰਾਂ ਨੂੰ ਜਿਉਣ ਜੋਗੀ ਉਜਰਤ ਮਿਲੇਗੀ? ਮੈਂ ਆਈ ਐਮ ਹੋਪਫੁਲ ਆਏਗਾ, ਬਟ ਇਹਦਾ ਦਾਇਰਾ ਸਾਨੂੰ ਵਧਾਉਣਾ ਪਏਗਾ। ਇਫਸ ਐਂਡ ਬਟਸ ਚੋਂ ਬਾਹਰ ਨਿਕਲਣਾ ਪਏਗਾ ਸਾਨੂੰ, ਆਪਣੇ ਦਿਮਾਗ ਤੇ ਦਿਲ ਖੋਲ੍ਹਣੇ ਪੈਣਗੇ। ਯੈਸ, ਟਿੱਪੀਆਂ ਬਿੰਦੀਆਂ ਦੀ ਜਿਹੜੀ ਸਾਡੀ ਲੜਾਈ ਚੱਲ ਰਹੀ ਹੈ ਉਸ ਤੋਂ ਬਾਹਰ ਨਿਕਲਣਾ ਪਏਗਾ। ਲੈਫਟ ਪ੍ਰੋਗਰੈਸਿਵ ਡੈਮੋਕ੍ਰੇਟਿਕ ਟੋਟਲ ਫੋਰਸਿਸ ਨੂੰ ਅੱਗੇ ਲਿਆਉਣਾ ਪਏਗਾ, ਜੁਆਇੰਟ ਕਰਨਾ ਪਏਗਾ, ਜੁਆਇੰਟ ਮੂਵ ਬਣਾਉਣਾ ਪਏਗਾ। ਅਸੀਂ ਸਮਾਜ ਦੇ ਉਹਨਾਂ ਵਰਗਾਂ ਨੂੰ ਜਿਨ੍ਹਾਂ ਨੂੰ ਅੱਜ ਤੱਕ ਖਾਸ ਕਰਕੇ ਲਤਾੜਿਆ ਹੈ ਵਰਗ, ਜਿਹਨੂੰ ਅਸੀਂ ਨਹੀਂ ਨਾਲ ਲਾ ਸਕੇ, ਇੱਕ ਨਾਲ ਨਹੀਂ ਲਾ ਸਕੇ, ਉਹਨਾਂ ਨੂੰ ਨਾਲ ਕੈਰੀ ਕਰਨਾ ਪਏਗਾ। ਸੋ ਸੱਜਣ ਸਿੰਘ ਉਹਨਾਂ ਨੇ ਗੱਲ ਨਿਬੇੜਤੀ। ਮੈਨੂੰ ਲੱਗਦਾ ਵੀ ਜਿੰਨੀ ਵੀ ਲੀਡਰਸ਼ਿਪ ਸੀ ਉਹਨਾਂ ਦੇ ਮਨਾਂ ਔਰ ਦਿਲਾਂ ਵਿੱਚੋਂ ਬੜੀ ਸੱਚੀ ਆਵਾਜ਼ ਨਿਕਲੀ ਵੀ ਇਹ ਸੱਚ ਹੈ। ਅੱਜ ਵਰਕਰ ਦੀ ਲੁੱਟ ਹੋ ਰਹੀ ਆ, ਅੱਜ ਵਰਕਰ ਨੂੰ ਖਾਣ ਲਈ ਇਹ ਬਣਦੀ ਰੋਟੀ ਨਹੀਂ ਮਿਲ ਰਹੀ, ਤੇ ਕਾਰਨ ਇਹੀ ਹੈ ਜਿੱਥੇ ਸਰਕਾਰਾਂ ਜ਼ਬਰ ਕਰਦੀਆਂ ਨੇ ਉੱਥੇ ਟ੍ਰੇਡ ਯੂਨੀਅਨ ਲੀਡਰ ਜਿਹੜੇ ਨੇ ਉਹ ਤੰਗ ਦਿਲੀਆਂ 'ਚ ਫਸੇ ਨੇ। ਤੇ ਜੇ ਉਹਨਾਂ ਨੇ ਆਪਣੇ ਦਿਲ ਦਰਿਆ ਕਰ ਲਏ ਤੇ ਫਿਰ ਉਹੀ ਜਲਾਓ, ਉਹੀ ਲਾਲ ਝੰਡੇ ਤੇ ਉਹੀ ਟ੍ਰੇਡ ਯੂਨੀਅਨ ਦੀ ਮਜ਼ਬੂਤ ਐਜੀਟੇਸ਼ਨ ਦੇਖਣ ਨੂੰ
ਮਿਲ ਸਕਦੀ ਹੈ।